ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਸੁੰਦਰ ਔਰ ਚੰਗੇ ਦਿਨ ਦੇ ਲਈ ਕਿ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ। ਪਿਛਲਾ ਹਫਤਾ ਸੰਭਾਲਿਆ, ਮਦਦ ਕੀਤੀ। ਸਭ ਗੱਲਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਤਾਂ ਆਈਏ ਅਸੀਂ ਪਰਮੇਸ਼ਰ ਦਾ ਵਚਨ ਸੁਣ ਲਈ ਜਾ ਰਹੇ ਹਾਂ ਜੋ ਅੱਜ ਦੇ ਲਈ ਆ। ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਅਸੀਂ ਸਿੱਖਦੇ ਆ ਰਹੇ ਹਾਂ ਕਿ ਆਦਮ ਦੇ ਪਾਪ ਦੇ ਕਾਰਨ ਮਨੁੱਖ ਜਾਤੀ ਨੂੰ ਹੋਏ ਨੁਕਸਾਨ। ਲੇਕਿਨ ਅੱਜ ਤੁਸੀਂ ਜਦੋਂ ਦੇਖ ਰਹੇ ਹੋ ਆਪਣੀ ਮੋਬਾਈਲ ਸਕਰੀਨਾਂ 'ਤੇ, ਉੱਥੇ ਲਿਖਿਆ ਆਦਮ ਦੇ ਪਾਪ ਕਾਰਨ ਮਨੁੱਖ ਜਾਤੀ ਨੂੰ ਹੋਏ ਨੁਕਸਾਨ, ਪਰ ਇੱਕ ਚੀਜ਼ ਲਿਖੀ ਹੈ ਨਾਲ, ਅਣਖ ਦਾ ਚੋਲਾ। ਅਣਖ ਦਾ ਚੋਲਾ। ਅੱਜ ਅਸੀਂ ਇਸ ਅਣਖ ਦੇ ਚੋਲੇ ਦੇ ਬਾਰੇ ਸਿੱਖਣ ਲਈ ਜਾ ਰਹੇ ਹਾਂ। ਤੋ ਜੋ ਅੱਜ ਨਵੇਂ ਜੁੜੇ ਨੇ ਇਸ ਕਲਾਸ ਦੇ ਨਾਲ, ਉਹਨਾਂ ਦੇ ਵਾਸਤੇ ਮੈਂ ਇੱਕ ਵਾਰ 1 ਮਿੰਟ 'ਚ ਪਿੱਛੋਂ ਰਿਪੀਟ ਕਰਾਂਗਾ ਕਿ ਜਿਸ ਤਰ੍ਹਾਂ ਅਦਨ ਬਾਗ ਦੇ ਵਿੱਚ ਆਦਮ ਦੇ ਪਾਪ ਕਰਨ ਦੇ ਕਾਰਨ ਮਨੁੱਖ ਜਾਤੀ ਨੂੰ ਜੋ ਨੁਕਸਾਨ ਹੋ ਗਏ ਸੀ, ਉਹ ਨੁਕਸਾਨ ਸੀ ਆਦਮੀ ਆਤਮਿਕ ਤੌਰ 'ਤੇ ਮਰ ਗਿਆ। ਪਰਮੇਸ਼ਰ ਨੇ ਨਵੇਂ ਸਿਰਿਓਂ ਫਿਰ ਉਹਨੂੰ ਜਿੰਦੇ ਕਰਨ ਦਾ ਇੰਤਜ਼ਾਮ ਕੀਤਾ। ਸੰਗਤੀ ਟੁੱਟ ਗਈ। ਪਰਮੇਸ਼ਰ ਨੇ ਉਸ ਟੁੱਟੀ ਸੰਗਤੀ ਨੂੰ ਫਿਰ ਦੁਬਾਰਾ ਤੋਂ ਜੋੜਿਆ। ਤੋ ਤੀਸਰਾ ਕੰਮ ਹੋਇਆ, ਆਦਮ ਕਹਿੰਦਾ ਮੈਂ ਨੰਗਾ ਤੇਰੇ ਸਾਹਮਣੇ ਨਹੀਂ ਆ ਸਕਦਾ। ਪਰਮੇਸ਼ਰ ਨੇ ਉਹਦੇ ਵਾਸਤੇ ਸ਼ਸਤਰਾਂ ਤੇ ਬਸਤਰਾਂ ਦਾ ਵੀ ਇੰਤਜ਼ਾਮ ਕੀਤਾ, ਪਰ ਅੱਜ ਤੱਕ ਜਿਸ ਚੀਜ਼ ਤੇ ਹਜੇ ਤੱਕ ਪ੍ਰਚਾਰ ਨਹੀਂ ਹੋਇਆ, ਮੈਂ ਨਹੀਂ ਕੀਤਾ, ਸ਼ਾਇਦ ਮੈਂ ਸੁਣਿਆ ਵੀ ਨਹੀਂ ਹੈ ਕਿਸੇ ਕੋਲੋਂ, ਜੋ ਅੱਜ ਪਰਮੇਸ਼ਰ ਭੇਤ ਖੋਲ ਰਿਹਾ, ਮੈਂ ਕਿਸੇ ਕੋਲੋਂ ਨਹੀਂ ਸੁਣਿਆ ਹੈ ਤੇ ਮੈਂ ਵੀ ਪਹਿਲਾਂ ਕਦੀ ਇਹ ਪ੍ਰਚਾਰ ਨਹੀਂ ਕੀਤਾ। ਅੱਜ ਪਰਮੇਸ਼ਰ ਨੇ ਇੱਕ ਨਵਾਂ ਪ੍ਰਕਾਸ਼ ਇਹਨਾਂ ਵਚਨਾਂ ਚੋਂ ਕੱਢ ਕੇ ਦਿੱਤਾ ਆ। ਮੈਂ ਵੀ ਸੋਚਦਾ ਸੀ ਕਿ ਪ੍ਰਭੂ ਸੱਚਾਈ ਦੀ ਬੈਲਟ ਪਹਿਲਾਂ ਕਿਉਂ? ਸੱਚਾਈ ਦੀ ਬੈਲਟ ਤੇ ਬਾਅਦ 'ਚ ਹੁੰਦੀ ਹੈ। ਪਰ ਪਰਮੇਸ਼ਰ ਨੇ ਜਦੋਂ ਮੇਰਾ ਧਿਆਨ ਯਸ਼ਾਇਆ ਨਬੀ ਦੀ ਕਿਤਾਬ ਉਹਦਾ 15 ਬਾਬ 17 ਵਚਨ ਤੇ ਪਵਾਇਆ, ਤਾਂ ਉੱਥੇ ਜਾ ਕੇ ਸਾਰੇ ਭੇਦ ਖੁੱਲੇ ਨੇ। ਤਾਂ ਆਈਏ ਪ੍ਰਾਰਥਨਾ ਦੇ ਨਾਲ, ਟੁੱਟੇ ਮਨ ਦੇ ਨਾਲ, ਇਹਨਾਂ ਵਚਨਾਂ ਨੂੰ ਕਬੂਲ ਕਰਨ ਦੇ ਇੱਛਾ ਦੇ ਨਾਲ, ਇਹਨਾਂ ਸਭਨਾਂ ਭਾਵਨਾਵਾਂ ਦੇ ਨਾਲ ਬੈਠਣਾ, ਤਾਂ ਕਿ ਪਰਮੇਸ਼ਰ ਦਾ ਇਹ ਵਚਨ ਜਦੋਂ ਮੇਰੇ ਨਾਲ ਬੋਲੇ, ਜਦੋਂ ਮੇਰੇ ਨਾਲ ਗੱਲ ਕਰੇ, ਮੈਂ ਇਹਨਾਂ ਵਚਨਾਂ ਨੂੰ ਕਬੂਲ ਕਰਾਂ। ਤਾਂ ਪੜ੍ਹਦੇ ਹਾਂ ਜੀ ਯਸ਼ਾਇਆ 59 ਉਹਦਾ 17। ਉਹਨੇ ਧਰਮ ਸੰਜੋਗ ਵਾਂਗੂ ਅਤੇ ਆਪਣੇ ਸਿਰ ਉੱਤੇ ਮੁਕਤੀ ਦਾ ਟੋਪ ਪਹਿਨਿਆ। ਉਹਨੇ ਧਰਮ ਨੂੰ ਸੰਜੋ ਵਾਂਗੂ ਤੇ ਆਪਣੇ ਉੱਤੇ ਮੁਕਤੀ ਦਾ ਕੀ ਪਹਿਨਿਆ? ਟੋਪ ਪਹਿਨਿਆ। ਹਾਂ, ਉਹਨੇ ਬਦਲਾ ਲੈਣ ਦੇ ਬਸਤਰ ਲਿਬਾਸ ਲਈ ਪਹਿਨੇ। ਹੁਣ ਉਹਨੇ ਬਦਲਾ ਲੈਣ ਦੇ ਬਸਤਰ ਕੀ ਕੀਤੇ ਨੇ? ਲਿਬਾਸ ਦੇ ਲਈ ਪਹਿਨੇ ਨੇ। ਉਹ ਲਿਬਾਸ ਦੇ ਬਸਤਰਾਂ ਵਿੱਚੋਂ ਇੱਕ ਖਾਸ ਚੀਜ਼ ਕਿਹੜੀ ਆ? ਹਾਂਜੀ। ਅਤੇ ਚੋਲੇ ਵਾਂਗੂ ਅਣਖ ਨੂੰ ਪਾ ਲਿਆ। ਉਹਨੇ ਅਣਖ ਨੂੰ ਚੋਲੇ ਵਾਂਗੂ ਕੀ ਕਰ ਲਿਆ ਆ? ਪਾ ਲਿਆ। ਸ਼ਸਤਰਾਂ ਤੇ ਬਸਤਰਾਂ ਤੋਂ ਪਹਿਲਾਂ ਯਾਦ ਰੱਖੋ, ਜਦ ਤੱਕ ਥੱਲੇ ਚੌਲਾ ਨਹੀਂ ਆ, ਜਦ ਤੱਕ ਥੱਲੇ ਤੁਹਾਡੇ ਬਸਤਰ ਚੋਗਾ ਨਹੀਂ ਆ, ਤਦ ਤੱਕ ਤੁਸੀਂ ਸ਼ਸਤਰਾਂ ਤੇ ਬਸਤਰਾਂ ਨੂੰ ਕੀ ਨਹੀਂ ਕਰ ਸਕਦੇ? ਪਾ ਨਹੀਂ ਸਕਦੇ। ਇਸ ਕਾਰਨ ਸਭ ਤੋਂ ਪਹਿਲਾਂ ਸਾਨੂੰ ਥੱਲੇ ਇੱਕ ਚੋਲਾ ਪਾਉਣਾ ਜਾਂ ਇੱਕ ਚੋਗਾ ਪਾਉਣਾ ਆ, ਜਿਹਨੂੰ ਕਹਿੰਦੇ ਨੇ ਅਣਖ ਦਾ ਚੋਲਾ। ਹਿੰਦੀ 'ਚ ਪੜੋ ਜਰਾ। ਉਸਨੇ ਧਰਮ ਕੋ ਜਿਲਮ ਕੇ ਸਮਾਨ ਧਰਮ ਨੂੰ ਤੇ ਸੰਜੋਗ ਦੀ ਤਰ੍ਹਾਂ ਉਹਨੇ ਪਾ ਲਿਆ। ਹਾਂ। ਔਰ ਉਸਕੇ ਸਰ ਪਰ ਉਧਾਰ ਕਾ ਟੋਪ ਉਹਨੇ ਮੁਕਤੀ ਦੇ ਟੋਪ ਨੂੰ ਵੀ ਸਿਰ ਤੇ ਕੀ ਕਰ ਲਿਆ ਆ? ਪਾ ਲਿਆ ਆ। ਹਾਂ। ਉਸਨੇ ਬਦਲਾ ਲੈਣੇ ਕਾ ਵਸਤਰ ਧਾਰਨ ਕੀਆ। ਪਰ ਹੁਣ ਇਹ ਸਭ ਉਹਦਾ ਬਦਲਾ ਲੈਣ ਦਾ ਵਸਤਰ ਆ, ਪਰ ਬਦਲਾ ਵੀ ਤਾਂ ਹੀ ਲਿਆ ਜਾਏਗਾ ਜੇ ਅੰਦਰ ਕੋਈ ਚੀਜ਼ ਹੈਗੀ ਆ। ਤੇ ਉਹ ਕਿਹੜੀ ਚੀਜ਼ ਆ? ਉਹਨਾਂ ਸ਼ਸਤਰਾਂ, ਉਹਨਾਂ ਬਸਤਰਾਂ ਦੇ ਹੇਠਾਂ। ਹਾਂਜੀ। ਔਰ ਜਲ ਜਲਾਹਟ ਕੋ ਭਾਗੇ ਕੇ ਸਮਾਨ। ਜਲ ਜਲਾਹਟ ਨੂੰ ਉਹਨੇ ਚੋਲੇ ਦੀ ਤਰ੍ਹਾਂ ਕੀ ਕਰ ਲਿਆ ਆ? ਜਦ ਤੱਕ ਸਾਡੇ ਅੰਦਰ ਪਰਮੇਸ਼ਰ ਦੇ ਪ੍ਰਤੀ ਅਣਖ ਨਹੀਂ ਨਾ ਹੋਵੇਗੀ, ਜਦ ਤੱਕ ਸਾਡੇ ਅੰਦਰ ਅਣਖ ਨਹੀਂ ਹੋਏਗੀ, ਇਸ ਅਣਖ ਨੂੰ ਅਸੀਂ ਚੋਲੇ ਵਾਂਗੂ ਜਾਂ ਇਸ ਅਣਖ ਨੂੰ ਅਸੀਂ ਬਾਗੇ ਦੀ ਤਰ੍ਹਾਂ, ਹਿੰਦੀ 'ਚ ਲਿਖਿਆ ਬਾਗੇ ਦੀ ਤਰ੍ਹਾਂ, ਜਦ ਤੱਕ ਇਹ ਚੀਜ਼ਾਂ ਨੂੰ ਅਸੀਂ ਨਹੀਂ ਪਾਵਾਂਗੇ,
ਤਦ ਤੱਕ ਸਾਰੇ ਸ਼ਸਤਰ ਤੇ ਸਾਰੇ ਬਸਤਰਾਂ ਦਾ ਵੀ ਕੋਈ ਮਤਲਬ ਨਹੀਂ ਜੇ ਬਣਦਾ, ਕਿਉਂਕਿ ਸ਼ਸਤਰ ਤੇ ਬਸਤਰ ਵੀ ਉਹੀ ਚਲਾ ਸਕਦਾ ਜਿਹਦੇ ਅੰਦਰ ਉਹਦੇ ਲਈ ਲੜਨ ਦੀ ਕੀ ਹੋਵੇ, ਅਣਖ ਹੋਵੇ। ਅਣਖ ਤੋਂ ਬਿਨਾ ਸੂਰਮੇ ਦੇ ਅੰਦਰ ਅਣਖ ਕਦੀ ਉਹਨੂੰ ਲੜਾਈ 'ਚ ਜਿੱਤ ਨਹੀਂ ਦੇ ਸਕਦੀ, ਭਾਵੇਂ ਸਾਰੇ ਸ਼ਸਤਰ ਬਸਤਰ ਹੀ ਕਿਉਂ ਨਾ ਪਾ ਲਵੇ। ਇਸ ਕਰਕੇ ਪਰਮੇਸ਼ਰ ਕਹਿੰਦਾ ਇਸ ਚੋਲੇ ਨੂੰ, ਜਿਹਦਾ ਨਾਂ ਆ ਅਣਖ ਦਾ ਚੋਲਾ, ਅਣਖ ਨੂੰ ਚੋਲੇ ਵਾਂਗੂ ਕੀ ਕਰ ਲਈ, ਪਾ ਲਈ, ਤੇ ਫੇਰ ਆਉਣਗੇ ਤੇਰੇ ਤੇ ਸ਼ਸਤਰ ਤੇ ਬਸਤਰ, ਫੇਰ ਆਏਗੀ ਤੈਨੂੰ ਇੱਕ ਸਚਾਈ ਦੀ ਬੈਲਟ। ਇਸ ਅਣਖ ਦੇ ਚੋਲੇ ਨੂੰ ਕੱਸ ਕੇ ਸਚਾਈ ਦੇ ਨਾਲ ਕੀ ਕਰ ਲਈ, ਬੰਨ ਲਈ। ਇਸ ਅਣਖ ਨੂੰ ਕਦੀ ਆਪਣੇ ਤੋਂ ਦੂਰ ਨਾ ਹੋਣ ਦੇਈ। ਇਸ ਅਣਖ ਨੂੰ ਤੇਰੇ ਉੱਤੇ ਪਏ ਰਹਿਣ ਦੇ ਲਈ ਔਰ ਤੇਰੇ ਉੱਤੇ ਫਿੱਟ ਹੋਣ ਦੇ ਲਈ ਸਚਾਈ ਦੀ ਬੈਲਟ ਜਾਂ ਸਚਾਈ ਦੀ ਕਮਰਕਸ ਤੇਰੇ ਤੇ ਕੀ ਕਰੇਗੀ, ਮਦਦ ਕਰੇਗੀ। ਜਿਨ੍ਹਾਂ ਦੀ ਅਸੀਂ ਸਿੱਖ ਰਹੇ ਹਾਂ, ਸਚਾਈ ਦੀ ਕਮਰਕਸ ਦੇ ਬਾਰੇ ਸਿੱਖ ਲਿਆ, ਉਸ ਤੋਂ ਬਾਅਦ ਸਿੱਖ ਲਿਆ ਸੀ ਧਰਮ ਦੀ ਸੰਜੋਗ ਦੇ ਬਾਰੇ, ਮਿਲਾਪ ਦੀ ਖੁਸ਼ਖਬਰੀ ਦੀ ਜੁੱਤੀ ਦੇ ਬਾਰੇ, ਨੇਚਾ ਦੀ ਢਾਲ ਦੇ ਬਾਰੇ, ਮੁਕਤੀ ਦੀ ਟੋਪ ਦੇ ਬਾਰੇ, ਤੇ ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਹੈ ਉਹਦੇ ਬਾਰੇ ਕੀ ਕਰ ਚੁੱਕੇ ਹਾਂ। ਪਰ ਇਹਨਾਂ ਸਭਨਾਂ ਤੋਂ ਪਹਿਲਾਂ ਸਾਡੇ ਜਿਹੜੇ ਇਹਨਾਂ ਹਥਿਆਰਾਂ ਔਰ ਇਹਨਾਂ ਸ਼ਸਤਰਾਂ ਤੇ ਬਸਤਰਾਂ ਦੇ ਥੱਲੇ ਇੱਕ ਚੀਜ਼ ਦਾ ਹੋਣਾ ਜ਼ਰੂਰੀ ਆ, ਉਹ ਆ ਅਣਖ ਦਾ ਚੋਲਾ। ਇੰਗਲਿਸ਼ ਚ ਉਹਨੂੰ ਕਹਿੰਦੇ ਨੇ, ਪੜੋ, And was clad with zeal as a cloth. ਜੀਲ ਐਜ਼ ਏ ਕਲਾਕ, ਕਿ ਅਣਖ ਨੂੰ ਇੱਕ ਚੋਲੇ ਦੀ ਤਰ੍ਹਾਂ ਜਾਂ ਇੱਕ ਬਸਤਰ ਦੀ ਤਰ੍ਹਾਂ ਕੀ ਕਰ ਲਿਆ, ਉਹਨੇ ਪਹਿਨ ਲਿਆ। ਤੇ ਜਦੋਂ ਤੁਸੀਂ ਇਸ ਅਣਖ ਨੂੰ ਚੋਲੇ ਦੀ ਤਰ੍ਹਾਂ ਪਹਿਨਦੇ ਹੋ ਤੇ ਉੱਤੇ ਪਾਉਂਦੇ ਹੋ ਸ਼ਸਤਰ ਔਰ ਬਸਤਰ, ਤੇ ਫੇਰ ਕਹਿ ਸਕਦੇ ਆ ਤੁਸੀਂ ਬਦਲਾ ਲੈਣ ਦੇ ਬਸਤਰ ਕੀ ਕਰ ਲਏ ਨੇ, ਹੁਣ ਪਾ ਲਏ ਨੇ। ਬਿਨਾਂ ਅਣਖ ਤੋਂ, ਬਿਨਾਂ ਸ਼ਸਤਰਾਂ ਤੋਂ, ਬਿਨਾਂ ਬਸਤਰਾਂ ਤੋਂ ਸ਼ੈਤਾਨ ਦੇ ਸਾਹਮਣੇ ਨਹੀਂ ਖਲੋਤਾ ਜਾ ਸਕਦਾ, ਸ਼ੈਤਾਨ ਤੋਂ ਬਦਲਾ ਨਹੀਂ ਲਿਆ ਜਾ ਸਕਦਾ। ਇਸ ਕਾਰਨ ਜ਼ਰੂਰੀ ਹੈ ਇਹਨਾਂ ਸ਼ਸਤਰਾਂ ਤੇ ਬਸਤਰਾਂ ਦੇ ਸਹਿਤ ਸਾਡੇ ਕੋਲ ਇਹ ਅਣਖ ਦਾ ਚੋਲਾ ਵੀ ਹੋਵੇ। ਇੱਕ ਵਚਨ ਪੜ੍ਹੀਏ ਜੀ, ਜ਼ਕਰਿਆ ਨਬੀ ਦੀ ਕਿਤਾਬ 8 ਬਾਪ ਉਹਦਾ 2 ਔਰ 3 ਵਚਨ। ਪਰਮੇਸ਼ਰ ਕੀ ਕਹਿੰਦਾ ਇਸ ਚੀਜ਼ ਦੇ ਬਾਰੇ। ਹੁਣ ਇਹ ਜਿਹੜਾ ਰੋਮੀ ਚੋਲਾ ਸੀ, ਜਿਹੜੇ ਰੋਮ ਦੀ ਸੈਨਾ ਪਹਿਨਦੀ ਸੀ, ਉਹ ਚੋਲਾ ਉਹਨਾਂ ਨੂੰ ਠੰਡ, ਬਾਰਿਸ਼ ਔਰ ਪਾਣੀ ਔਰ ਐਸੀਆਂ ਕਈ ਚੀਜ਼ਾਂ ਤੋਂ ਉਹਨਾਂ ਦੀ ਕੀ ਕਰਦਾ ਸੀ, ਸੁਰੱਖਿਆ ਵੀ ਕਰਦਾ ਸੀ। ਹੁਣ ਪਰਮੇਸ਼ਰ ਇਸ ਅਣਖ ਦੇ ਚੋਲੇ ਬਾਰੇ ਸਾਡੇ ਨਾਲ ਕੀ ਗੱਲ ਕਰਨਾ ਚਾਹੁੰਦਾ, ਉਹ ਕੀ ਅਣਖ ਹੋਣੀ ਚਾਹੀਦੀ ਆ। ਹਾਂਜੀ, ਸੈਨਾ ਦਾ ਯਹੋਵਾ ਇਉਂ ਆਖਦਾ ਹੈ, ਸੈਨਾ ਦਾ ਯਹੋਵਾ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਸਿਓਨ ਲਈ ਵੱਡੀ ਅਣਖ ਨਾਲ ਅਣਖੀ ਹਾਂ। ਕਹਿੰਦਾ ਮੈਂ ਵੀ ਸਿਓਨ ਦੇ ਲਈ ਵੱਡੀ ਅਣਖ ਦੇ ਨਾਲ ਅਣਖੀ ਹਾਂ, ਸਗੋਂ ਮੈਂ ਉਹਦੇ ਲਈ ਵੱਡੇ ਕ੍ਰੋਧ ਨਾਲ ਅਣਖੀ ਹਾਂ। ਸਗੋਂ ਮੈਂ ਉਹਦੇ ਲਈ ਵੱਡੇ ਕ੍ਰੋਧ ਨਾਲ ਕੀ ਆ। ਕਹਿੰਦਾ ਮੈਂ ਸਿਓਨ ਦੇ ਲਈ ਅਣਖ ਦੇ ਨਾਲ ਅਣਖੀ ਆ, ਸਗੋਂ ਵੱਡੇ ਕ੍ਰੋਧ ਦੇ ਨਾਲ ਕੀ ਆ, ਮੈਂ ਅਣਖੀ ਆ। ਉਹ ਅਣਖ ਕੀ ਆ, ਕੀ ਕਰਨਾ ਚਾਹੁੰਦਾ ਪਰਮੇਸ਼ਰ। ਹਾਂ, ਯਹੋਵਾ ਇਉਂ ਆਖਦਾ ਹੈ, ਯਹੋਵਾ ਇਸ ਤਰ੍ਹਾਂ ਕਹਿੰਦਾ ਹੈ, ਮੈਂ ਸਿਓਨ ਵੱਲ ਮੁੜਾਂਗਾ, ਕਹਿੰਦਾ ਮੈਂ ਸਿਓਨ ਦੇ ਵੱਲ ਮੁੜਾਂਗਾ ਅਤੇ ਯਰੂਸ਼ਲਮ ਦੇ ਵਿਚਕਾਰ ਵਸਾਂਗਾ, ਔਰ ਯਰੂਸ਼ਲਮ ਦੇ ਵਿਚਕਾਰ ਵਸਾਂਗਾ, ਅਤੇ ਯਰੂਸ਼ਲਮ ਵਫਾਦਾਰ ਨਗਰੀ ਕਰਕੇ। ਹਾਲੇਲੂਇਆ। ਕਹਿੰਦਾ ਮੇਰੀ ਅਣਖ ਆ ਕਿ ਮੈਂ ਯਰੂਸ਼ਲਮ ਨੂੰ ਇੱਕ ਵਫਾਦਾਰ ਨਗਰੀ ਬਣਾਵਾਂ। ਔਰ ਦੂਸਰਾ, ਅਤੇ ਸੈਨਾ ਦੇ ਯਹੋਵਾ ਦਾ ਪਹਾੜ ਪਵਿੱਤਰ ਪਹਾੜ ਕਰਕੇ ਪੁਕਾਰਿਆ ਜਾਵੇ। ਔਰ ਯਹੋਵਾ ਦਾ ਪਹਾੜ ਦਾ ਯਰੂਸ਼ਲਮ ਵੀ ਕੀ ਕਰਕੇ ਪੁਕਾਰਿਆ ਜਾਵੇ। ਸਭ ਤੋਂ ਪਹਿਲਾਂ ਤੇ ਉਹ ਵਫਾਦਾਰ ਨਗਰੀ ਕਰਕੇ ਪੁਕਾਰਿਆ ਜਾਵੇ, ਫਿਰ ਉਹ ਕੀ ਪੁਕਾਰਿਆ ਜਾਵੇ ਕਿ ਉਹ ਇੱਕ ਕੀ ਆ, ਪਵਿੱਤਰ ਪਹਾੜ। ਇਹ ਪਰਮੇਸ਼ਰ ਦੀ ਅਣਖ, ਪਰਮੇਸ਼ਰ ਦੀ ਅਣਖ ਸਾਡੀ ਅਣਖ ਬਣ ਜਾਣੀ ਆ। ਇਹ ਯਰੂਸ਼ਲਮ ਨੂੰ, ਇਸ ਸਿਯੋਨ ਨੂੰ, ਇਹ ਜੋ ਸਰੀਰ ਸਾਨੂੰ ਦਿੱਤਾ, ਇਹ ਜੋ ਰਾਜ ਪਰਮੇਸ਼ਰ ਨੇ ਸਾਨੂੰ ਦਿੱਤਾ ਆ, ਇਹਦੇ ਵਿੱਚ ਅਸੀਂ ਜੇਕਰ ਅਸੀਂ ਵਫਾਦਾਰੀ ਦੇ ਨਾਲ ਨਹੀਂ ਚੱਲੇ, ਪਰਮੇਸ਼ਰ ਦੇ ਵਚਨਾਂ ਦੇ ਪ੍ਰਤੀ ਪਰਮੇਸ਼ਰ ਦੇ ਨਾਲ ਵਫਾਦਾਰੀ ਦੇ ਨਾਲ ਨਹੀਂ ਚੱਲੇ, ਤੇ ਇਹਦਾ ਮਤਲਬ ਸਾਡੀ ਪਰਮੇਸ਼ਰ ਦੇ ਲਈ ਕੋਈ ਅਣਖ ਹੈ ਹੀ ਨਹੀਂ। ਜੇ ਅਸੀਂ ਇਸ ਆਪਣੇ ਸਰੀਰ ਨੂੰ ਜਾਂ ਇਸ ਆਪਣੇ ਜੀਵਨ ਨੂੰ ਪਵਿੱਤਰ ਪਹਾੜ ਦੀ ਤਰ੍ਹਾਂ ਪਵਿੱਤਰ ਨਹੀਂ ਕੀਤਾ, ਇਹਦਾ ਮਤਲਬ ਸਾਡੇ ਅੰਦਰ ਪਰਮੇਸ਼ਰ ਦੀ ਅਣਖ ਨਹੀਂ ਆ। ਪਰਮੇਸ਼ਰ ਕੀ ਕਹਿੰਦਾ, ਮੈਂ ਯਰੂਸ਼ਲਮ ਨੂੰ ਇੱਕ ਵਫਾਦਾਰ ਨਗਰੀ ਦੀ ਤਰ੍ਹਾਂ ਤੇ ਉਹਦੇ ਪਵਿੱਤਰ ਪਹਾੜ ਨੂੰ ਜਾਂ ਆਪਣੇ ਸਿਯੋਨ ਪਹਾੜ ਨੂੰ ਪਵਿੱਤਰ ਪਹਾੜ ਦੀ ਤਰ੍ਹਾਂ ਕੀ ਕਰਨਾ ਚਾਹੁੰਦਾ ਹਾਂ, ਕਰਨਾ ਚਾਹੁੰਦਾ ਹਾਂ। ਹਾਲੇਲੂਇਆ। ਹਾਲੇਲੂਇਆ। ਕਿ ਸਾਡੀ ਅਣਖ ਨਹੀਂ ਬਣ ਜਾਣੀ ਚਾਹੀਦੀ। ਅਸੀਂ ਵੀ
ਆਪਣੇ ਪਰਮੇਸ਼ਰ ਦੇ ਹੁਕਮਾਂ ਨੂੰ, ਆਪਣੇ ਪਰਮੇਸ਼ਰ ਦੇ ਇਸ ਮਾਰਗ ਨੂੰ, ਪ੍ਰਭੂ ਯਿਸੂ ਮਸੀਹ ਦੀਆਂ ਹਰ ਹਦਾਇਤਾਂ ਔਰ ਹਰ ਹੁਕਮਾਂ ਨੂੰ ਅਸੀਂ ਵਫਾਦਾਰੀ ਦੇ ਨਾਲ ਪੂਰਾ ਕਰਨਾ। ਸਿਰਫ ਪੂਰਾ ਨਹੀਂ ਕਰਨਾ, ਕਿਹਦੇ ਨਾਲ ਪੂਰਾ ਕਰਨਾ ਆ? ਵਫਾਦਾਰੀ ਦੇ ਨਾਲ। ਦੂਸਰਾ, ਅਸੀਂ ਪਰਮੇਸ਼ਰ ਦੇ ਲਈ ਇੱਕ ਪਵਿੱਤਰ ਪਹਾੜ ਸਾਬਿਤ ਹੋਈਏ। ਅਸੀਂ ਪਰਮੇਸ਼ਰ ਦੇ ਲਈ ਇੱਕ ਪਵਿੱਤਰ ਨਗਰੀ ਬਣ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਲਈ ਪੇਸ਼ ਕਰੀਏ। ਤਾਂ ਇਹਦੇ ਪਰਮੇਸ਼ਰ ਦਾ ਵਚਨ ਕਹਿੰਦਾ, ਸੋ ਹੈ ਭਰਾਵੋ, ਮੈਂ ਪਰਮੇਸ਼ਰ ਦੀਆਂ ਰਹਿਮਤਾਂ ਦੀ ਖਾਤਰ ਤੁਹਾਡੇ ਅੱਗੇ ਕੀ ਕਰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਪਵਿੱਤਰ, ਜਿਉਂਦਾ ਤੇ ਪਰਮੇਸ਼ਰ ਨੂੰ ਪਾਉਂਦਾ ਬਲੀਦਾਨ ਕਰਕੇ ਕੀ ਕਰਦੇ ਹੋ? ਚਲਾ ਦਿਓ। ਤੇ ਇਹੋ ਤੁਹਾਡੀ ਕੀ ਆ? ਰੂਹਾਨੀ ਬੰਦਗੀ। ਜਦੋਂ ਤੁਸੀਂ ਯਰੂਸ਼ਲਮ ਨੂੰ ਪਵਿੱਤਰ ਕਰੋਗੇ, ਜਦੋਂ ਤੁਸੀਂ ਉਹਦੇ ਪਵਿੱਤਰ ਪਹਾੜ ਨੂੰ ਵਫਾਦਾਰੀ ਦੇ ਨਾਲ ਪਵਿੱਤਰ ਕਰੋਗੇ, ਫਿਰ ਪਰਮੇਸ਼ਰ ਦਾ ਕੰਮ ਤੁਹਾਡੇ ਜੀਵਨ 'ਚ ਹੋਏਗਾ। ਫਿਰ ਨਿਕਲੇਗੀ ਤੁਹਾਡੇ ਅੰਦਰੋਂ ਇੱਕ ਰੂਹ ਔਰ ਸੱਚਾਈ ਦੀ ਬੰਦਗੀ। ਉਹ ਹੋਏਗੀ ਤੁਹਾਡੀ ਰੂਹਾਨੀ ਬੰਦਗੀ। ਬਿਨਾਂ ਅਣਖ ਤੋਂ ਤੁਸੀਂ ਉਹਦੇ ਵਾਸਤੇ ਕੁਝ ਵੀ ਨਹੀਂ ਕਰ ਸਕਦੇ। ਇਸ ਕਰਕੇ ਪਰਮੇਸ਼ਰ ਕੀ ਕਹਿ ਰਿਹਾ? ਸ਼ਸਤਰਾਂ ਬਸਤਰਾਂ ਦਾ ਵੀ ਹੋਣਾ ਜ਼ਰੂਰੀ ਆ, ਪਰ ਉਹਨਾਂ ਦੇ ਅੰਦਰ ਤੁਹਾਡੀ ਆਤਮਿਕ ਅਣਖ ਦਾ ਹੋਣਾ ਵੀ ਜ਼ਰੂਰੀ ਆ। ਵਚਨ ਪੜ੍ਹੀਏ ਜੀ, ਰੋਮੀਆਂ ਦੀ ਪੱਤਰੀ 10 ਬਾਬ 2 ਔਰ 3 ਵਚਨ। ਮੈਂ ਉਹਨਾਂ ਦੀ ਸਾਖੀ ਵੀ ਭਰਦਾ ਹਾਂ ਭਈ ਉਹਨਾਂ ਨੂੰ ਪਰਮੇਸ਼ਰ ਲਈ ਅਣਖ ਤਾਂ ਹੈ। ਪਰਮੇਸ਼ਰ ਦਾ ਦਾਸ ਪਲੂਸ ਰੋਮੀਆਂ ਦੀ ਪੱਤਰੀ ਦੇ ਵਿੱਚ ਕੁਝ ਲੋਕਾਂ ਦੇ ਲਈ ਲਿਖ ਰਿਹਾ, ਕਹਿੰਦਾ ਮੈਂ ਉਹਨਾਂ ਦੀ ਗਵਾਹੀ ਦਿੰਦਾ ਆ ਕਿ ਉਹਨਾਂ ਨੂੰ ਪਰਮੇਸ਼ਰ ਦੇ ਲਈ ਕੀ ਆ? ਅਣਖ ਹੈ। ਹਾਂ, ਪਰ ਸਮਝ ਨਾਲ ਨਹੀਂ। ਪਰ ਉਹਨਾਂ ਨੂੰ ਇਸ ਚੀਜ਼ ਦੀ ਕੀ ਨਹੀਂ ਆ? ਸਮਝ ਨਹੀਂ ਆ। ਕਈ ਲੋਕਾਂ ਨੂੰ ਅਣਖ ਤਾਂ ਹੈਗੀ ਆ, ਪਰ ਕੀ ਨਹੀਂ ਆ? ਸਮਝ ਨਹੀਂ ਕਿ ਇਸ ਅਣਖ ਨੂੰ ਹੁਣ ਅਸੀਂ ਇਸਤੇਮਾਲ ਕਿਹੜੇ ਤਰੀਕੇ ਨਾਲ ਕਰਨਾ। ਕਹਿੰਦਾ ਮੈਨੂੰ ਪਤਾ ਆ, ਮੈਂ ਗਵਾਹੀ ਦਿੰਦਾ ਆ, ਮੈਂ ਸਾਖੀ ਦਿੰਦਾ ਕਿ ਕੁਝ ਲੋਕਾਂ ਨੂੰ ਕੀ ਆ? ਪਰਮੇਸ਼ਰ ਦੇ ਲਈ ਅਣਖ ਹੈਗੀ ਆ, ਪਰ ਉਹਨਾਂ ਨੂੰ ਕੀ ਨਹੀਂ ਆ? ਸਮਝ ਨਹੀਂ। ਇਹਦਾ ਪੜ੍ਹੀਏ, 3 ਵਚਨ ਪੜੋ। ਕਿਉਂ ਜੋ ਪਰਮੇਸ਼ਰ ਦੇ ਧਰਮ ਤੋਂ ਅਣਜਾਣ ਹੋ ਕੇ, ਕਿਉਂਕਿ ਉਹ ਉਸ ਅਣਖ ਨੂੰ ਪਰਮੇਸ਼ਰ ਦੇ ਧਰਮ ਤੋਂ ਅਣਜਾਣ ਹੋ ਕੇ ਆਪਣੇ ਹੀ ਧਰਮ ਨੂੰ ਦ੍ਰਿੜ ਕਰਨ ਦਾ ਯਤਨ ਕਰਕੇ, ਉਹ ਆਪਣੇ ਹੀ ਧਰਮ ਨੂੰ ਦ੍ਰਿੜ ਕਰਨ ਦਾ ਯਤਨ ਕਰਕੇ ਉਹ ਪਰਮੇਸ਼ਰ ਦੇ ਧਰਮ ਦੇ ਅਧੀਨ ਨਾ ਹੋਏ। ਉਹ ਪਰਮੇਸ਼ਰ ਦੇ ਧਰਮ ਦੇ ਕੀ ਨਹੀਂ ਹੋ ਰਹੇ? ਕੁਝ ਲੋਕਾਂ ਦੇ ਲਈ, ਮੈਂ ਪਿਛਲੀ ਵਾਰ ਵੀ ਕਿਹਾ ਸੀ, ਸੇਵਕਾਈ 'ਚ ਨਿਕਲ ਆਏ ਹੋ ਤੁਸੀਂ, ਬੜੀ ਅੱਛੀ ਗੱਲ ਹੈ, ਪਰਮੇਸ਼ਰ ਦੀ ਸੇਵਾ ਕਰਨੀ ਚੰਗੀ ਗੱਲ ਹੈ। ਪਰ ਜਦ ਤੱਕ ਤੁਸੀਂ ਪਰਮੇਸ਼ਰ ਦੇ ਇਹਨਾਂ ਵਚਨਾਂ ਨੂੰ ਸਿੱਖਦੇ ਨਹੀਂ, ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਉਹਦੀ ਪ੍ਰਜਾ ਗਿਆਨ ਬਾਝੋਂ ਕੀ ਹੋ ਰਹੀ ਆ? ਤੁਸੀਂ ਅਣਖ 'ਚ ਨਿਕਲ ਆਏ ਹੋ, ਪਰ ਉਸ ਅਣਖ ਨੂੰ ਹੁਣ ਇਸਤੇਮਾਲ ਕਿਸ ਤਰ੍ਹਾਂ ਕਰਨਾ ਆ, ਇਹਦੀ ਜਾਣਕਾਰੀ ਵੀ ਹੋਣੀ ਜ਼ਰੂਰੀ ਆ। ਇਸ ਕਾਰਨ ਆਪਣੇ ਲਈ ਕੋਈ ਦਾਨੀਅਲ ਲੱਭੋ, ਇਸ ਕਾਰਨ ਆਪਣੇ ਲਈ ਕੋਈ ਸਿਖਾਉਣ ਵਾਲਾ ਲੱਭੋ, ਇਸ ਕਾਰਨ ਆਪਣੇ ਲਈ ਕੋਈ ਪਰਮੇਸ਼ਰ ਦਾ ਅਭਿਸ਼ਿਕਤ ਦਾਸ ਲੱਭੋ ਜਿਹੜਾ ਤੁਹਾਨੂੰ ਇਹਨਾਂ ਵਚਨਾਂ ਦੇ ਭੇਤ ਦੱਸੇ ਔਰ ਉਸ ਅਣਖ ਨੂੰ ਕਿਹੜੇ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਉਹਦੀ ਪੂਰੀ ਜਾਣਕਾਰੀ ਦੇਵੇ। ਕਿਤੇ ਇਹ ਨਾ ਹੋਵੇ ਕਿ ਅਸੀਂ ਆਪਣੇ ਧਰਮ ਨੂੰ, ਪਰਮੇਸ਼ਰ ਦੇ ਧਰਮ ਨੂੰ ਨਹੀਂ, ਪਰਮੇਸ਼ਰ ਦੇ ਤਰੀਕੇ ਨੂੰ ਨਹੀਂ, ਪਰਮੇਸ਼ਰ ਦੇ ਵਚਨ ਨੂੰ ਨਹੀਂ, ਪਰਮੇਸ਼ਰ ਦੇ ਉਪਦੇਸ਼ ਨੂੰ ਨਹੀਂ, ਆਪਣੇ ਤਰੀਕੇ, ਆਪਣੀਆਂ ਸੋਚਾਂ, ਆਪਣੇ ਜੋਸ਼ ਨੂੰ ਵਧਾਉਣ ਲਈ ਇੱਕ ਨਵਾਂ ਹੀ ਤਰੀਕਾ ਜਾਂ ਇੱਕ ਨਵੀਂ ਹੀ ਲਾਈਨ ਪੈਦਾ ਕਰ ਦਈਏ ਜਿਹਦੇ ਕੀ ਪਰਮੇਸ਼ਰ ਬਿਲਕੁਲ ਖਿਲਾਫ ਆ। ਉਸ ਸਮੇਂ ਵੀ ਹੁੰਦਾ ਸੀ, ਪਲੂਸ ਦੇ ਸਮੇਂ 'ਚ ਵੀ ਇਹ ਹੋ ਰਿਹਾ। ਕਹਿੰਦਾ ਮੈਂ ਕੁਝ ਲੋਕਾਂ ਨੂੰ ਜਾਣਦਾ, ਮੈਂ ਉਹਨਾਂ ਦੀ ਕੀ ਦਿੰਦਾ ਆ? ਸਾਖੀ ਦਿੰਦਾ ਹਾਂ। ਕਿ ਉਹਨਾਂ ਨੂੰ ਕੀ ਆ? ਅਣਖ ਹੈ, ਪਰ ਕੀ ਨਹੀਂ ਆ? ਸਮਝ ਨਹੀਂ। ਪਰ ਤਰੀਕਾ ਨਹੀਂ। ਮੇਰੇ ਪਿਆਰੇ, ਤੁਸੀਂ ਸੇਵਾ 'ਚ ਨਿਕਲੇ, ਤੁਸੀਂ ਅਣਖੀ ਹੋ ਕੇ ਨਿਕਲੇ ਹੋ ਸਕਦੇ ਹੋ, ਪਰ ਸੇਵਾ ਕਰਨ ਦਾ ਤਰੀਕਾ ਸਿੱਖ ਲਿਓ। ਇਹ ਨਾ ਹੋਇਓ ਅਣਖ ਵਾਲੇ ਅੰਨੇ ਆਗੂ ਬਣ ਜਾਇਓ ਤੇ ਐਸੇ ਅਣਖ ਵਾਲੇ ਲੋਕਾਂ ਨੂੰ ਆਪਣੇ ਪਿੱਛੇ ਲਾ ਕੇ ਅੰਨੇ ਦਾ ਆਗੂ ਬਣੇ ਤੇ ਕਿੱਥੇ ਜਾਣਾ? ਨਰਕ ਦੀ ਅੱਗ ਦੇ ਵਿੱਚ। ਹਾਲੇਲੂਇਆ। ਆइए अपने विषय ते आउने वापस। फिलिपियों की पत्री 3 बाब 6 और 7 वचन। फिलिपियों की पत्री 3 बाब 6 और 7 वचन पढ़ दिए। ਅਣਖ ਦੀ ਪੁੱਛੋ ਤਾਂ ਕਲੀਸਿਆ ਦਾ ਹੁਣ ਸਿਖਾਉਣ ਵਾਲਾ। ਇੱਥੇ ਪਲੂਸ ਆਪਣੇ ਬਾਰੇ ਕੀ ਕਹਿ ਰਿਹਾ? ਕਹਿੰਦਾ ਮੇਰੀ ਅਣਖ ਦੀ ਪੁੱਛੋ ਨਾ, ਤੇ ਮੇਰੀ ਅਣਖ ਸੀ ਮੈਂ ਕੀ ਆ? ਕਲੀਸਿਆ ਦਾ ਸਤਾਉਣ ਵਾਲਾ। ਹਾਂ, ਸ਼ਰਾ ਵਾਲੇ ਧਰਮ ਦੀ ਪੁੱਛੋ ਤਾਂ ਨਿਰਦੋਸ਼। ਸ਼ਰਾ ਵਾਲੇ ਧਰਮ ਦੀ ਪੁੱਛੋ ਤੇ ਮੈਂ ਕੀ ਆ? ਨਿਰਦੋਸ਼ ਆ। ਹਾਂ, ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ। ਹਾਂ, ਹੁਣ ਸਭ ਤੋਂ ਪਹਿਲਾਂ ਕੀ ਕਹਿੰਦਾ? 6 ਵਚਨ ਅਸੀਂ ਦੇਖਦੇ ਹਾਂ। ਕਹਿੰਦਾ ਅਣਖ ਦੀ ਪੁੱਛੋ ਤੇ ਮੈਂ ਕੀ ਸੀ? ਕਲੀਸਿਆ ਦਾ ਸਤਾਉਣ ਵਾਲਾ। ਉਹਨੇ ਕੀ ਇੱਕ ਗੰਢ ਬੰਨ ਲਈ ਆਪਣੇ ਮਨ ਦੇ ਵਿੱਚ?
ਜਦੋਂ ਇਹ ਪਰਮੇਸ਼ਰ ਦੇ ਨਾਲ ਇਹਦਾ ਸਾਹਮਣਾ ਹਜੇ ਨਹੀਂ ਸੀ ਹੋਇਆ, ਉਸ ਤੋਂ ਪਹਿਲਾਂ ਇਹ ਅਣਖੀ ਹੋ ਕੇ, ਰੋਮ ਸਰਕਾਰ ਵੱਲੋਂ ਅਣਖੀ ਹੋ ਕੇ, ਇਹਦੇ ਅੰਦਰ ਕਿਹਦੀ ਅਣਖ ਸੀ? ਰੋਮੀ ਹਕੂਮਤ ਦੀ। ਰੋਮੀ ਹਕੂਮਤ ਦਾ ਸਿਪਾਹੀ ਸੀ, ਔਰ ਉਹ ਸਣਖ ਦੇ ਨਾਲ ਕਿ ਮੇਰੀ ਰੋਮੀ ਸਰਕਾਰ ਕਹਿੰਦੀ ਆ ਇਹ ਕਲੀਸਿਆ ਦਾ ਕੀ ਹੋਣਾ ਚਾਹੀਦਾ ਆ? ਨਾਸ਼ ਹੋਣਾ ਚਾਹੀਦਾ। ਔਰ ਕਹਿੰਦਾ ਮੈਂ ਇਸ ਅਣਖ ਦੇ ਨਾਲ, ਐਸੀ ਮੇਰੇ ਅੰਦਰ ਅਣਖ ਸੀ, ਮੈਂ ਕਿਸੇ ਨੂੰ ਬਖਸ਼ਦਾ ਹੀ ਨਹੀਂ ਸੀ। ਜਿੱਥੇ ਵੀ ਪਤਾ ਲੱਗਦਾ ਸੀ ਕੋਈ ਕਲੀਸਿਆ ਸੁਰ ਚੁੱਕ ਰਹੀ ਆ, ਮੈਂ ਕਹਿੰਦਾ ਸਾਂ ਮੈਂ ਜਾਵਾਂਗਾ ਤੇ ਮੈਂ ਉਸ ਕਲੀਸਿਆ ਦਾ ਕੀ ਕਰਾਂਗਾ? ਸਿਰ ਨੂੰ ਕੁਚਲਾਂਗਾ। ਇੰਨਾ ਅਣਖੀਲਾ ਸੀ ਮੈਂ। ਹਾਲੇਲੂਇਆ। ਕਿ ਆਪਣੀ ਅਣਖ ਦੱਸ ਰਿਹਾ, ਕਹਿੰਦਾ ਕੀ ਸੀ ਮੇਰੇ ਅੰਦਰ? ਇੱਕ ਕਲੀਸਿਆ ਨੂੰ ਕੁਚਲਣ ਦੀ ਅਣਖ ਸੀ। ਉਹ ਅਣਖ ਕਿਹਨੇ ਭਰੀ ਸੀ? ਰੋਮੀ ਸਮਰਾਟ ਨੇ। ਤੇ ਉਹਦੀ ਅਣਖ ਨਾਲ ਮੈਂ ਕੀ ਕਰਦਾ ਸੀ? ਚੱਲਦਾ ਸੀ। ਪਰ ਕਹਿੰਦਾ ਹੁਣ ਮੇਰੀ ਅਣਖ ਬਦਲ ਗਈ ਆ। ਹੁਣ ਮੇਰੀ ਅਣਖ ਮੈਨੂੰ ਕੀ ਕਹਿੰਦੀ ਆ? 7 ਵਚਨ ਪੜੋ ਜੀ। ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ, ਹਾਂ, ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਨ ਦੀਆਂ ਸਮਝਿਆ। ਹੁਣ ਕਹਿੰਦਾ ਮੇਰੀ ਅਣਖ ਕੀ ਬਣ ਗਈ ਆ? ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਹੋਣਗੀਆਂ ਨਾ, ਮੈਂ ਮਸੀਹ ਦੇ ਕਾਰਨ ਕੀ ਕਰਾਂਗਾ? ਉਹਨਾਂ ਨੂੰ ਹਾਨ ਦੀਆਂ ਸਮਝਾਂਗਾ। ਕਹਿੰਦਾ ਸਗੋਂ ਮੈਂ ਹਾਨ ਕੀ ਕੀਤੀ ਆ? ਝੱਲੀ ਵੀ ਆ। ਤੇ ਮੈਂ ਇਹਨਾਂ ਸਭਨਾ ਚੀਜ਼ਾਂ ਨੂੰ ਕੀ ਸਮਝਦਾ? ਹੁਣ ਕੂੜਾ ਸਮਝਦਾ। ਹਾਲੇਲੂਇਆ। ਹਾਲੇਲੂਇਆ। ਇਹ ਅਣਖ ਰੱਖਣ ਵਾਲਾ ਬੰਦਾ, ਇਹਦੇ ਅੰਦਰ ਇਹ ਅਣਖ ਸੀ, ਤੇ ਫੇਰ ਹੀ ਕਹਿੰਦਾ ਉਹਦੇ ਸਾਰੇ ਸ਼ਸਤਰ ਬਸਤਰ ਤੇ ਕੀ ਕਰ ਲਓ? ਲੈ ਲਓ। ਅੱਜ ਉਹਦੀ ਅਣਖ ਕੀ ਹੈ? ਕਹਿੰਦਾ ਪ੍ਰਭੂ ਤੇਰੇ ਕਾਰਨ ਇਹ ਕਰ, ਮੈਨੂੰ ਆਪਣੇ ਲਾਭ ਦੀਆਂ ਚੀਜ਼ਾਂ ਦੀ ਜਾਂ ਆਪਣੇ ਮਤਲਬ ਦੀਆਂ ਚੀਜ਼ਾਂ ਦੀ ਹਾਨੀ ਵੀ ਉਠਾਉਣੀ ਪਏਗੀ ਨਾ, ਮੈਨੂੰ ਨੁਕਸਾਨ ਵੀ ਉਠਾਉਣਾ ਪਊਗਾ ਨਾ, ਸਵਰਗ ਦੇ ਪਰਮੇਸ਼ਰ ਮੈਂ ਤੇਰੇ ਲਈ ਤਿਆਰ ਹਾਂ। ਇਹ ਆ ਅਣਖ ਅੱਜ ਉਹਦੀ। ਤਾਂ ਤੇ ਉਸ ਅਣਖੀ ਮਨੁੱਖ ਦੀ, ਤਾਂ ਤੇ ਉਸ ਅਣਖੀ ਰਸੂਲ ਦੀ ਅੱਜ ਅਸੀਂ ਪੱਤਰੀਆਂ ਨੂੰ ਪੜ੍ਹਦੇ ਹਾਂ ਤੇ ਆਤਮਾ ਦੇ ਵਿੱਚ ਜੋਸ਼ ਮਹਿਸੂਸ ਕਰਦੇ ਹਾਂ। ਤਾਂ ਹੀ ਤਾਂ ਉਸ ਅਣਖੀ ਰਸੂਲ ਨੇ ਜਦੋਂ ਇਹ ਪੱਤਰੀਆਂ ਲਿਖੀਆਂ ਨੇ, ਉਹਨਾਂ ਪੱਤਰੀਆਂ ਦੇ ਵਿੱਚੋਂ ਉਹ ਰਸੂਲ ਨਹੀਂ, ਪ੍ਰਭੂ ਯਿਸੂ ਮਸੀਹ ਸਾਨੂੰ ਦਿਖਾਈ ਦਿੰਦਾ ਆ। ਕਿਉਂਕਿ ਉਹਨੇ ਆਪਣੇ ਲਾਭ ਦੀ, ਆਪਣੇ ਮਤਲਬ ਦੀ, ਆਪਣੇ ਆਪ ਨੂੰ ਉੱਚਾ ਕਰਨ ਦੀ ਕੋਈ ਗੱਲ ਇਹਨਾਂ 'ਚ ਲਿਖੀ ਹੀ ਨਹੀਂ। ਜੋ ਪਵਿੱਤਰ ਆਤਮਾ ਨੇ ਲਿਖਾਇਆ ਹੂਬਹੂ ਉਹ ਕੀ ਕੀਤਾ? ਉਹਨੇ ਲਿਖਿਆ। ਕਹਿੰਦੇ ਮੇਰੀ ਅਣਖ ਸੀ। ਪਹਿਲਾਂ ਮੇਰੀ ਅਣਖ ਸੀ ਮੈਂ ਕਲੀਸਿਆ ਦਾ ਕੀ ਆ? ਸਤਾਉਣ ਵਾਲਾ। ਹੁਣ ਮੇਰੀ ਅਣਖ ਬਣੀ ਆ, ਮੈਂ ਹੁਣ ਕਲੀਸਿਆ ਸਥਾਪਿਤ ਕਰਾਂਗਾ। ਜਿੰਨੀਆਂ ਕਲੀਸਿਆਂ ਨੇ ਇਹਨੇ ਬਰਬਾਦ ਕੀਤਾ, ਉਹਦੇ ਤੋਂ 100 ਗੁਣਾ ਕਲੀਸਿਆਂ ਬਾਅਦ ਚ ਫਿਰ ਇਹਨੇ ਬਣਾਈਆਂ ਨੇ। ਹਰ ਜਗ੍ਹਾ ਇਹਨੇ ਕੀ ਕੀਤੀਆਂ ਨੇ? ਕਲੀਸਿਆ ਸਥਾਪਿਤ ਕੀਤੀਆਂ ਨੇ। ਚੇਲਿਆਂ ਦੇ ਨਾਲੋਂ ਵੀ ਵੱਧ ਕੇ ਕੰਮ ਕਰਕੇ ਗਿਆ। ਹਾਲੇਲੂਇਆ। ਇਹ ਕੌਣ ਕਰ ਸਕਦਾ? ਜਿਨੇ ਅਣਖ ਨੂੰ ਚੋਗੇ ਦੀ ਤਰ੍ਹਾਂ ਕੀ ਕਰ ਲਿਆ? ਪਹਿਨ ਲਿਆ। ਤੇ ਉੱਤੇ ਕੀ ਬਾਲੇ ਨੇ? ਫਿਰ ਉਹਦੇ ਆਪਣੇ ਸਾਰੇ ਸ਼ਸਤਰ ਤੇ ਬਸਤਰ ਪਹਿਨ ਲਏ ਨੇ। ਹਾਲੇਲੂਇਆ। ਤੋ ਪਰਮੇਸ਼ਰ ਕਹਿੰਦਾ ਤੁਸੀਂ ਵੀ ਇਹ ਸਾਰੇ ਸ਼ਸਤਰ ਬਸਤਰ ਪਾਉਣ ਤੋਂ ਪਹਿਲਾਂ ਅਣਖ ਨੂੰ ਕੀ ਕਰ ਲਿਓ? ਚੋਗੇ ਦੀ ਤਰ੍ਹਾਂ ਪਹਿਨ ਲਿਓ। ਹੁਣ ਅਸੀਂ ਬਾਈਬਲ ਦੇ ਵਿੱਚੋਂ ਕੁਝ ਉਦਾਹਰਨਾਂ ਵੇਖਣ ਲਈ ਜਾ ਰਹੇ ਹਾਂ। ਇਹ ਅਣਖ ਦਾ ਚੋਗਾ ਸ਼ੁਰੂ ਤੋਂ ਤੁਰਦਾ ਆਇਆ ਵਾ। ਸਭ ਤੋਂ ਪਹਿਲਾਂ ਆਦਮ ਤੇ ਹਵਾ ਦੇ ਬਾਰੇ ਪੜ੍ਹਦੇ ਹਾਂ। ਆਈਏ ਜੀ, ਪੜ੍ਹਦੇ ਹਾਂ ਉਤਪਤ 3 ਬਾਬ ਉਹਦਾ 21 ਵਚਨ। ਤਾਂ ਯਹੋਵਾ ਪਰਮੇਸ਼ਰ ਆਦਮ ਕਹਿੰਦਾ ਨਾ ਮੈਂ ਤੇਰੇ ਸਾਹਮਣੇ ਕੀ ਆ ਨਹੀਂ ਸਕਦਾ, ਮੈਂ ਕੀ ਆ? ਨੰਗਾ ਆ। ਪਰਮੇਸ਼ਰ ਨੇ ਉਹਦੇ ਲਈ ਇੰਤਜ਼ਾਮ ਕੀਤਾ। ਕੀ ਕਹਿੰਦਾ ਪਰਮੇਸ਼ਰ? ਤਾਂ ਪਰਮੇਸ਼ਰ ਨੇ ਤਾਂ ਯਹੋਵਾ ਪਰਮੇਸ਼ਰ ਨੇ ਆਦਮੀ ਤੇ ਉਹਦੀ ਤੀਵੀਂ ਦੇ ਲਈ ਚਮੜੇ ਦੇ ਚੋਲੇ ਬਣਾ ਉਹਨਾਂ ਨੂੰ ਪਵਾਏ। ਚਮੜੇ ਦੇ ਚੋਲੇ ਬਣਾ ਕੇ ਕੀ ਕਰ ਦਿੱਤੇ? ਉਹਨਾਂ ਨੂੰ ਪਵਾਏ। ਇਹ ਸਿਰਫ ਚਮੜੇ ਦੇ ਚੋਲੇ ਨਹੀਂ ਸੀ, ਹੁਣ ਇਹ ਅਣਖ ਦੇ ਚੋਲੇ ਸੀ। ਉਹਦੇ ਚੋਲਾ ਪਹਿਨਾ ਰਿਹਾ ਪਰਮੇਸ਼ਰ ਉਹਨਾਂ ਨੂੰ। ਜਿਹਦਾ ਇੱਕ ਨਿਰਦੋਸ਼ ਜਾਨਵਰ ਨੂੰ ਵੱਢਿਆ ਗਿਆ ਆ, ਜਿਹਦਾ ਕੋਈ ਕਸੂਰ ਵੀ ਨਹੀਂ ਸੀ, ਜਦੋਂ ਉਹਨਾਂ ਨੂੰ ਉਹ ਵੱਢ ਕੇ ਉਹਦਾ ਚਮੜਾ ਲਾ ਕੇ ਉਹਨਾਂ ਨੂੰ ਪਹਿਨਾ ਰਿਹਾ ਆ, ਨਾਲ ਇਹ ਵੀ ਉਪਦੇਸ਼ ਦੇ ਰਿਹਾ ਹੋਵੇਗਾ, ਹੁਣ ਤੋਂ ਬਾਅਦ ਯਾਦ ਰੱਖੀ ਮੇਰੀ ਅਣਖ ਤੇਰੇ ਲਈ ਤੇਰੀ ਅਣਖ ਬਣ ਜਾਵੇ। ਇਹ ਚੋਲਾ, ਇਹ ਸਧਾਰਨ ਚੋਲਾ ਜਿਹੜਾ, ਇਹ ਚਮੜੇ ਦਾ ਚੋਲਾ ਨਹੀਂ ਆ, ਇਹ ਮੇਰੀ ਅਣਖ ਦਾ ਚੋਲਾ ਹੀ। ਹੁਣ ਅਸੀਂ ਦੇਖਦੇ ਹਾਂ
ਆਦਮ ਨੇ ਇੱਕੋ ਹੀ ਪਾਪ ਕੀਤਾ, ਬਾਅਦ ਚ ਦੁਬਾਰਾ ਉਹਨੇ ਕੋਈ ਗਲਤੀ ਨਹੀਂ ਕੀਤੀ। ਦੇਖਿਆ ਕਿਤੇ ਬਾਅਦ ਚ ਉਹਨੇ ਕੀ ਨਹੀਂ ਕੀਤੀ? ਕੋਈ ਵੀ ਗਲਤੀ ਨਹੀਂ ਕੀਤੀ, ਕਿਉਂਕਿ ਕੀ ਪਹਿਨ ਲਏ ਸੀ ਉਹਨੇ। ਫਿਰ ਆਪਣੇ ਬੱਚਿਆਂ ਨੂੰ ਵੀ ਉਪਦੇਸ਼ ਦਿੱਤਾ ਆ। ਤੁਸੀਂ ਜਾਣਦੇ ਉਹਦੇ ਬੱਚੇ ਕੈਨ ਔਰ ਦੋਨੇ ਲੜਾਈ ਕਿੱਥੋਂ ਹੋਈ? ਕੀ ਕਰ ਰਹੇ ਸੀ ਜੀ? ਭੇਡਾਂ ਚਰ ਰਹੇ ਸੀ, ਆਪਣਾ ਬਿਜ਼ਨਸ ਕਰ ਰਹੇ ਸੀ। ਕੀ ਕਰ ਰਹੇ ਸੀ? ਕੁਰਬਾਨੀ ਚੜਾ ਰਹੇ ਸੀ। ਪਰਮੇਸ਼ਰ ਨੂੰ ਕੀ ਕਰ ਰਹੇ ਸੀ? ਮਤਲਬ ਧਰਮ ਦਾ ਕੰਮ ਹੀ ਕਰ ਰਹੇ ਸੀ। ਖੁਦ ਤੇ ਧਰਮ ਦੇ ਬਸਤਰ ਜਾਂ ਖੁਦ ਤੇ ਉਹ ਅਣਖ ਦੇ ਬਸਤਰ ਪਾਏ ਨੇ, ਪਰ ਆਪਣੇ ਬੱਚਿਆਂ ਨੂੰ ਵੀ ਕੀ ਕੀਤੇ ਨੇ? ਉਹਨੇ ਪਹਿਨਾਏ ਨੇ। ਉਹ ਜਿਹੜੀ ਗਲਤੀ ਹੋ ਗਈ ਸੋ ਹੋ ਗਈ। ਪ੍ਰਭੂ ਜਿਹੜਾ ਪਾਪ ਹੋ ਗਿਆ ਸੋ ਹੋ ਗਿਆ, ਹੁਣ ਤੋਂ ਮੇਰੀ ਅਣਖ ਆ। ਮੈਂ ਦੁਬਾਰਾ ਸ਼ੈਤਾਨ ਜਦੋਂ ਮੈਨੂੰ ਭਰਮਾਉਣ ਆਏ, ਮੈਂ ਉਹਦੇ ਚਾਂਸੇ 'ਚ ਨਹੀਂ ਆਵਾਂਗਾ, ਸਗੋਂ ਮੂੰਹ ਤੋੜ ਉਹਨੂੰ ਕੀ ਦਿਆਂਗਾ, ਕਿਉਂਕਿ ਮੈਂ ਹੁਣ ਅਣਖ ਦੇ ਕੀ ਪਾ ਲਏ ਨੇ? ਬਸਤਰ ਪਹਿਨ ਲਏ ਨੇ। ਹਾਲੇਲੂਇਆ। ਦੂਸਰੀ ਕਹਾਣੀ ਪੜ੍ਹਦੇ ਹਾਂ ਅਸੀਂ, ਉਤਪਤ ਦੀ ਕਿਤਾਬ 37 ਬਾਬ ਉਹਦਾ 3 ਵਚਨ। ਇੱਥੇ ਯੂਸਫ ਨਾਂ ਦਾ ਇੱਕ ਮੁੰਡਾ ਆਇਆ, ਇੱਕ ਬੱਚਾ ਆਇਆ ਛੋਟਾ। ਪੜ੍ਹੀਏ ਜੀ। ਇਸਰਾਇਲ ਯੂਸਫ ਨੂੰ ਆਪਣੇ ਸਾਰੇ ਪੁੱਤਰਾਂ ਨਾਲੋਂ, ਇਸਰਾਇਲ ਮਤਲਬ ਯਾਕੂਬ ਆਪਣੇ ਸਾਰੇ ਪੁੱਤਰਾਂ ਨਾਲੋਂ ਯੂਸਫ ਨੂੰ ਵੱਧ ਤੇ ਕਰਦਾ ਸੀ, ਵੱਧ ਪਿਆਰ ਕਰਦਾ ਸੀ, ਕਿਉਂ ਜੋ ਉਹ ਉਸ ਦੀ ਬਿਰਧ ਅਵਸਥਾ ਦਾ ਪੁੱਤਰ ਸੀ। ਔਰ ਉਸਨੇ ਉਹਦੇ ਲਈ ਇੱਕ ਲੰਮਾ ਚੋਲਾ ਬਣਾਇਆ। ਉਹਨੇ ਉਹਦੇ ਲਈ ਇੱਕ ਲੰਬਾ ਕੀ ਬਣਾਇਆ? ਚੋਲਾ ਬਣਾਇਆ। ਉਪਰੰਤ ਜਾ ਅਤੇ ਉਹਨੂੰ ਕੀ ਕਰ ਦਿੱਤਾ? ਪਵਾ ਦਿੱਤਾ। ਇੱਕ ਪਿਆਰ ਕਰਨ ਵਾਲੇ ਬਾਪ ਵੱਲੋਂ ਇੱਕ ਆਪਣੇ ਪਿਆਰੇ ਪੁੱਤਰ ਨੂੰ ਕੀ ਪਹਿਨਾਇਆ ਜਾ ਰਿਹਾ? ਇੱਕ ਲੰਬਾ ਚੋਲਾ। ਤੋ ਸਾਡਾ ਸਵਰਗੀ ਪਿਤਾ ਸਾਨੂੰ ਪਿਆਰ ਕਰਦਾ ਕਿ ਨਹੀਂ ਕਰਦਾ? ਉਹ ਪਿਆਰ ਕਰਦਾ। ਉਹਨੇ ਵੀ ਸਾਨੂੰ ਚੋਲਾ ਪਹਿਨਾਇਆ, ਉਹਦਾ ਨਾਂ ਆ ਅਣਖ ਦਾ ਚੋਲਾ, ਅਣਖ ਦਾ ਚੋਗਾ। ਉਹ ਪਹਿਨਾਇਆ ਜਿਸ ਤਰ੍ਹਾਂ ਯਾਕੂਬ ਨੇ ਯੂਸਫ ਨੂੰ ਉਹ ਚੋਲਾ ਪਹਿਨਾਇਆ, ਪਰਮੇਸ਼ਰ ਨੇ ਵੀ ਸਾਨੂੰ ਕੀ ਕੀਤੇ ਨੇ? ਚੋਲੇ ਪਹਿਨਾਏ ਨੇ। ਪਰ ਉਹਦੇ ਨਾਲ ਇੱਕ ਘਟਨਾ ਹੋ ਗਈ। ਪੜ੍ਹਦੇ ਹਾਂ ਜੀ ਇਹਦਾ 37 ਬਾਬ ਦਾ 32 ਔਰ 33 ਵਚਨ। ਫਿਰ ਉਹਦੇ ਭਰਾਵਾਂ ਨੇ ਉਹਨੂੰ ਮਾਰਿਆ, ਟੋਏ ਵਿੱਚ ਸੁੱਟ ਦਿੱਤਾ ਔਰ ਵੇਚ ਦਿੱਤਾ। ਉਸ ਤੋਂ ਬਾਅਦ ਕੀ ਹੋਇਆ? ਫਿਰ ਉਸ ਲੰਮੇ ਚੋਲੇ ਨੂੰ ਚੁੱਕ ਕੇ ਫਿਰ ਉਹਦਾ ਚੋਲਾ ਲਾ ਲਿਆ ਸੀ, ਉਸੇ ਚੋਲੇ ਨੂੰ ਚੁੱਕ ਕੇ ਆਪਣੇ ਪਿਤਾ ਕੋਲ ਲੈ ਆਏ, ਆਪਣੇ ਪਿਤਾ ਦੇ ਕੋਲ ਲੈ ਆਏ ਅਤੇ ਉਹਨਾਂ ਨੂੰ ਆਖਿਆ, ਸਾਨੂੰ ਇਹ ਲੱਭਿਆ ਹੈ, ਸਾਨੂੰ ਇਹ ਚੋਲਾ ਲੱਭਿਆ ਆ, ਇਸ ਨੂੰ ਸਿਆਣੋ ਭਈ ਇਹ ਤੁਹਾਡੇ ਪੁੱਤਰ ਦਾ ਚੋਲਾ ਹੈ ਕਿ ਨਹੀਂ। ਤਦ ਉਸਨੇ ਉਹਨੂੰ ਸਿਆਣ ਕੇ ਆਖਿਆ, ਉਹਨੇ ਉਹਨੂੰ ਸਿਆਣ ਲਿਆ, ਮੇਰੇ ਪੁੱਤਰ ਦਾ ਹੀ ਕੀ ਆ? ਚੋਲਾ ਆ। ਹਾਲਾਂਕਿ ਭਰਾਵਾਂ ਨੇ ਉਹਦਾ ਚੋਲਾ ਕੀ ਕਰ ਦਿੱਤਾ ਸੀ? ਉਤਾਰ ਦਿੱਤਾ ਸੀ। ਪਰ ਤਾਂ ਵੀ ਉਹ ਭੁੱਲਿਆ ਨਹੀਂ ਸੀ ਉਸ ਚੀਜ਼ ਨੂੰ। ਹੁਣ ਯੂਸਫ ਤੇ ਪਏ ਉਸ ਚੋਲੇ ਦਾ ਮਤਲਬ ਕੀ ਆ? ਯੂਸਫ ਨੂੰ ਚੋਲਾ ਪਹਿਨਾਇਆ ਗਿਆ ਸੀ। ਯੂਸਫ ਹੀ ਪਰਮੇਸ਼ਰ ਦੀ ਅਣਖ 'ਚ ਅਣਖੀ ਸੀ। ਉਹਨੂੰ ਅਬਰਾਹਮ, ਇਸਹਾਕ ਤੇ ਯਾਕੂਬ ਦੇ ਪਰਮੇਸ਼ਰ ਦਾ ਪਤਾ ਸੀ। ਸਿਰਫ ਇੰਨਾ ਹੀ ਪਤਾ ਸੀ ਕਿ ਅਬਰਾਹਮ, ਇਸਹਾਕ ਤੇ ਯਾਕੂਬ ਦਾ ਇੱਕ ਕੀ ਆ? ਪਰਮੇਸ਼ਰ ਆ। ਮੇਰੇ ਬਾਪ ਦਾਦਿਆਂ ਦਾ ਇੱਕ ਕੀ ਆ? ਪਰਮੇਸ਼ਰ ਆ। ਅਬਰਾਹਮ ਤੋਂ ਲੈ ਕੇ ਮੇਰੇ ਦਾਦੇ ਤੱਕ ਔਰ ਮੇਰੇ ਹੁਣ ਪਿਤਾ ਤੱਕ ਇੱਕ ਕੀ ਆ? ਪਰਮੇਸ਼ਰ ਆ। ਔਰ ਉਸ ਪਰਮੇਸ਼ਰ ਦੀਆਂ ਕੁਝ ਵਿਧੀਆਂ ਨੇ। ਹਾਲਾਂਕਿ ਥੋੜਾ ਕੁਝ ਹੀ ਸਿਖਾਇਆ ਗਿਆ ਸੀ ਉਹਨੂੰ। ਬਾਅਦ ਤੁਸੀਂ ਉਹਦੇ ਜੀਵਨ ਨੂੰ ਦੇਖਦੇ ਹੋ। ਇੱਕ ਸਮਾਂ ਐਸਾ ਵੀ ਆਇਆ, ਇੱਕ ਸਮਾਂ ਅਜਿਹਾ ਆਇਆ ਜਦੋਂ ਪੋਤੀਫਰ ਦੀ ਉਸ ਪਤਨੀ ਨੇ ਉਹਨੂੰ ਕੀ ਕਰਨਾ ਚਾਹਿਆ? ਭ੍ਰਿਸ਼ਟ ਕਰਨਾ ਚਾਹਿਆ। ਉਹਦੇ ਮੂੰਹ ਤੇ ਚਪੇੜ ਨਹੀਂ ਮਾਰੀ, ਕਹਿਣ ਦਾ ਮਤਲਬ ਸ਼ੈਤਾਨ ਦੇ ਮੂੰਹ ਤੇ ਚਪੇੜ ਮਾਰ ਕੇ ਆਪਣੇ ਆਪ ਨੂੰ ਪਾਪ ਤੋਂ ਬਚਾ ਕੇ ਕੀ ਹੋ ਗਿਆ? ਚਲਾ ਗਿਆ। ਇਹ ਕੀ ਸੀ? ਇਹ ਅਣਖ ਹੀ ਸੀ। ਮੈਂ ਇਸਰਾਇਲ ਦੇ ਪਰਮੇਸ਼ਰ, ਅਬਰਾਹਮ, ਇਸਹਾਕ ਔਰ ਯਾਕੂਬ ਦੇ ਪਰਮੇਸ਼ਰ ਦੇ ਖਾਨਦਾਨ ਦਾ ਹਾਂ। ਮੈਂ ਸ਼ੈਤਾਨ ਤੇਰੀ ਕਿਸੇ ਯੁਕਤੀ 'ਚ ਫਸਾਂਗਾ ਨਹੀਂ। ਅਸੀਂ ਕਿਦੇ ਹਾਂ? ਹੁਣ ਸਾਡੇ ਕਹਿੰਦਾ ਸਗੋਂ ਉਹਨੇ ਕੀ ਕੀਤਾ? ਸਾਨੂੰ ਆਪਣੇ ਨਾਲ ਜਿਵਾਇਆ ਤੇ ਸਵਰਗੀ ਸਥਾਨਾਂ 'ਚ ਕੀ ਕੀਤਾ? ਕਹਿੰਦਾ ਹੁਣ ਤਾਂ ਤੁਸੀਂ ਓਪਰੇ ਤੇ ਸਗੋਂ ਸੰਤਾਂ ਦੇ ਵਤਨੀ ਤੇ ਪਰਮੇਸ਼ਰ ਦੇ ਘਰਾਣੇ ਦੇ ਹੋ। ਇੱਕ ਅਬਰਾਹਮ, ਇਸਹਾਕ ਤੇ ਯਾਕੂਬ ਦੇ ਘਰਾਣੇ ਦਾ ਇੰਨੀ ਅਣਖ ਰੱਖਦਾ, ਅਸੀਂ ਪਰਮੇਸ਼ਰ ਦੇ ਘਰਾਣੇ ਦੇ।
ਉੱਥੇ ਪਰਮੇਸ਼ਰ ਦੇ ਘਰਾਣੇ ਦਾ ਵੀ ਨਹੀਂ ਨਾ। ਅਸੀਂ ਕਿਹੜੇ ਘਰਾਣੇ ਦੇ ਆ? ਸਾਡੇ ਅੰਦਰ ਕਿੰਨੀ ਵੱਧ ਕੇ ਅਣਖ ਹੋਣੀ ਚਾਹੀਦੀ ਆ। ਸ਼ੈਤਾਨ ਦੀ ਹਰ ਯੁਕਤੀ ਨੂੰ, ਸ਼ੈਤਾਨ ਦੇ ਹਰ ਫੰਦੇ ਨੂੰ, ਸ਼ੈਤਾਨ ਦੀ ਹਰ ਚਾਲ ਨੂੰ ਮੂੰਹ ਤੋੜ ਜਵਾਬ ਦੇਣ ਦੀ ਅਣਖ। ਉਸ ਅਣਖ ਦੇ ਬਸਤਰ ਪਹਿਨ ਲਓ। ਇਹ ਬਦਲਾ ਲੈਣ ਦੇ ਬਸਤਰ ਕੀ ਕਰ ਲਓ? ਪਹਿਨ ਲਓ। ਉਸ ਤੋਂ ਬਾਅਦ ਵਾਰੀ ਆਈ ਆ ਪਹਿਲਾ ਸੈਮੂਅਲ 2 ਬਾਬ 18 और 19 वचन। ਪਹਿਲਾ ਸੈਮੂਅਲ 2 ਬਾਬ 18 और 19 वचन। ਪਰ ਸੈਮੂਅਲ ਜੋ ਮੁੰਡਾ ਸੀ, ਪਰਮੇਸ਼ਰ ਦਾ ਦਾਸ ਸੈਮੂਅਲ ਦੀ ਮਾਤਾ ਉਹਨੂੰ ਦੁੱਧ ਛਡਾਉਣ ਤੋਂ ਬਾਅਦ ਕਿੱਥੇ ਛੱਡ ਗਈ? ਹਾਂਜੀ, ਏਲੀ ਦੇ ਉਸ ਹੈਕਲ ਦੇ ਵਿੱਚ। ਮਾਹੌਲ ਕਿਹੋ ਜਿਹਾ ਉੱਥੇ? ਲਿਖਿਆ ਉਹਦੇ ਦੋਨੋਂ ਪੁੱਤਰ ਕੀ ਸੀ? ਸ਼ੈਤਾਨੀ ਸੀ। ਔਰ ਇਸਰਾਇਲ ਦਾ ਸਾਰਾ ਵਾਤਾਵਰਨ ਵੀ ਵਿਗੜਿਆ। ਔਰ ਸਭ ਤੋਂ ਜਿਹੜੀ ਮਾੜੀ ਗੱਲ ਸੀ ਉਸ ਸਮੇਂ ਉੱਥੇ, ਸਭ ਤੋਂ ਮੰਦਭਾਗੀ ਗੱਲ ਸੀ, ਲਿਖਿਆ ਪਰਮੇਸ਼ਰ ਦਾ ਦਰਸ਼ਨ ਕੀ ਹੋ ਗਿਆ ਸੀ? ਦੁਰਲੱਭ ਹੋ ਗਿਆ। ਪਰਮੇਸ਼ਰ ਕਿਸੇ ਨਾਲ ਗੱਲ ਹੀ ਨਹੀਂ ਸੀ ਕਰਦਾ। ਪਰਮੇਸ਼ਰ ਨੂੰ ਕੋਈ ਲੱਭਦਾ ਹੀ ਨਹੀਂ ਸੀ ਕਿ ਮੈਂ ਕਿਹਦੇ ਨਾਲ ਕੀ ਕਰਾਂ। ਨਾ ਤੇ ਉਹ ਏਲੀ ਨਾਲ ਗੱਲ ਕਰਦਾ ਸੀ, ਨਾ ਏਲੀ ਦੇ ਪੁੱਤਰਾਂ ਨਾਲ ਗੱਲ ਕਰਦਾ ਸੀ, ਨਾ ਹੋਰ ਕਿਸੇ ਨਾਲ ਕੀ ਕਰਦਾ ਸੀ। ਪਤਾ ਨਹੀਂ ਕਿੰਨੀ ਦੇਰ ਹੋ ਗਈ ਸੀ ਪਰਮੇਸ਼ਰ ਨੂੰ ਉਸ ਸਮੇਂ ਕਿਸੇ ਇਨਸਾਨ ਦੇ ਨਾਲ ਗੱਲ ਕੀਤੇ ਨੂੰ। ਐਸੇ ਮਾਹੌਲ ਦੇ ਵਿੱਚ, ਐਸੇ ਸਮੇਂ ਦੇ ਵਿੱਚ ਸੈਮੂਅਲ ਦੀ ਮਾਂ ਨੇ ਸੈਮੂਅਲ ਨੂੰ ਪਰਮੇਸ਼ਰ ਦੇ ਨਾਲ ਜੋ ਵਾਅਦਾ ਕੀਤਾ ਸੀ, ਉਸ ਵਾਅਦੇ ਨੂੰ ਪੂਰਾ ਕਰਦੇ ਹੋਏ, ਉਸ ਵਫਾਦਾਰੀ ਨੂੰ ਪੂਰਾ ਕਰਦੇ ਹੋਏ ਦੁੱਧ ਛਡਾਉਣ ਤੋਂ ਬਾਅਦ ਕਿੱਥੇ ਛੱਡ ਆਈ ਆ? ਕੀ ਕਰਦੀ ਆ? ਹਾਂ, ਪਰ ਸੈਮੂਅਲ ਜੋ ਮੁੰਡਾ ਸੀ, ਪਰ ਸੈਮੂਅਲ ਜੋ ਮੁੰਡਾ ਹੀ ਸੀ, ਸੂਤਰ ਦਾ ਇਫੋਦ ਪਹਿਨ ਕੇ, ਸੂਤਰ ਦਾ ਇਫੋਦ ਪਹਿਨ ਕੇ ਯਹੋਵਾ ਦੇ ਅੱਗੇ ਸੇਵਾ ਕਰਦਾ। ਯਹੋਵਾ ਦੇ ਅੱਗੇ ਕੀ ਕਰਦਾ ਸੀ? ਹਿੰਦੀ ਚ ਪੜੋ ਇਹ ਆਇਤ। परंतु सैमुएल जो बालक था सनी का एपोद पहने हुए यहोवा के सामने सेवा टहल किया करता। ਹਾਂ, ਅੱਗੇ ਪੜੋ ਜਿਹਨੂੰ 19 ਆਇਤ ਪੜੋ। ਫਿਰ ਉਹਦੀ ਮਾਂ ਕੀ ਕਰਦੀ ਸੀ? ਅਤੇ ਉਹਦੀ ਮਾਤਾ ਉਹਦੇ ਲਈ ਇੱਕ ਨਿੱਕਾ ਜਿਹਾ ਝੱਗਾ ਬਣਾ ਕੇ, ਉਹਦੀ ਮਾਂ ਉਹਦੇ ਲਈ ਇੱਕ ਨਿੱਕਾ ਜਿਹਾ ਕੀ ਬਣਾਉਂਦੀ? ਝੱਗਾ ਬਣਾ ਕੇ। ਹਾਂ, ਵਰੇ ਦੇ ਵਰੇ ਲਿਆਉਂਦੀ ਹੁੰਦੀ ਸੀ। ਸਾਲ ਬਾਅਦ ਉਹਨੂੰ ਇੱਕ ਕੀ ਪਹਿਨਾਉਂਦੀ ਸੀ ਉਹ? ਹਿੰਦੀ ਚ ਪੜੋ। और उसकी माता प्रतिवर्ष उसके लिए एक छोटा सा धागा बनाकर ਇੱਕ ਛੋਟਾ ਜਿਹਾ ਚੋਲਾ ਬਣਾ ਕੇ ਕੀ ਕਰਦੀ ਸੀ? ਲਿਆਉਂਦੀ ਸੀ। ਉਹ ਚੋਲਾ ਕੀ ਸੀ? ਉਸ ਸਮੇਂ ਸਰੀਰਕ ਤੌਰ ਤੇ ਕੀ ਸੀ? ਉਹ ਚੋਲਾ ਹੀ ਸੀ। ਪਰ ਮਾਂ ਦਾ ਦਿੱਤਾ ਚੋਲਾ ਕੀ ਸੀ? ਆਪਣੀ ਮਾਂ ਨੂੰ ਦੱਸਦਾ ਹੋਵੇਗਾ। ਹਰ ਸਾਲ ਜਦੋਂ ਆਉਂਦੀ ਕਹਿੰਦਾ ਹੋਵੇਗਾ ਮੇਰੇ ਨਾਲ ਇੱਥੇ ਚੰਗਾ ਵਿਵਹਾਰ ਨਹੀਂ ਹੁੰਦਾ। ਸਾਰਾ ਦਿਨ ਮੈਨੂੰ ਕੰਮ ਕਰਨਾ ਪੈਂਦਾ, ਮੈਂ ਛੋਟਾ ਅਜੇ ਇੰਨਾ ਬੋਝ ਮੇਰੇ ਤੇ ਪਿਆ ਆ। ਔਰ ਉੱਪਰੋਂ ਫੀਨ ਆਸਤੇ ਹਾਫ ਨਹੀਂ ਮੈਨੂੰ ਕੀ ਕਰਦੇ ਨੇ? ਤੰਗ ਕਰਦੇ ਨੇ। ਉਹਦੀ ਮਾਂ ਕੀ ਕਹਿੰਦੀ? ਜੋ ਮਰਜ਼ੀ ਹੋ ਜਾਵੇ, ਮੈਂ ਯਹੋਵਾ ਪਰਮੇਸ਼ਰ ਨਾਲ ਕੀ ਕੀਤਾ ਸੀ? ਇੱਕ ਵਾਅਦਾ ਕੀਤਾ ਸੀ, ਤੈਨੂੰ ਇੱਥੇ ਰਹਿਣਾ ਪਏਗਾ, ਤੂੰ ਇੱਥੇ ਰਹੇਂਗਾ ਤੇ ਇੱਥੇ ਹੀ ਮਰੇਂਗਾ, ਤੈਨੂੰ ਵਾਪਸ ਘਰ ਮੈਂ ਲੈ ਕੇ ਨਹੀਂ ਜਾਵਾਂਗੀ। ਜਦੋਂ ਉਹਨੇ ਆਪਣੀ ਮਾਂ ਦੀ ਇਹ ਸਣਖ ਨੂੰ ਵੇਖਿਆ, ਉਹਦੇ ਅੰਦਰ ਵੀ ਇੱਕ ਕੀ ਜਾਗੀ ਆ? ਪ੍ਰਭੂ ਮੈਂ ਇੱਥੇ ਹੀ ਰਵਾਂਗਾ। ਤੁਸੀਂ ਆਪਣੇ ਬੱਚਿਆਂ ਨੂੰ ਅਣਖ ਦੇ ਚੋਲੇ ਪਹਿਨਾਓ। ਦੱਸੋ ਯਹੋਵਾ ਪਰਮੇਸ਼ਰ ਲਈ ਅਣਖ ਕੀ ਆ? ਯਹੋਵਾ ਪਰਮੇਸ਼ਰ ਅਣਖੀਲਾ ਆ ਤੇ ਉਹਦੇ ਬੱਚੇ ਵੀ ਕੀ ਹੁੰਦੇ ਨੇ? ਅਣਖ ਵਾਲੇ ਹੁੰਦੇ ਨੇ। ਜਦੋਂ ਇਸ ਤਰੀਕੇ ਨਾਲ ਹਰ ਸਾਲ ਮਾਂ ਉਹਦੇ ਵਾਸਤੇ ਇੱਕ ਚੋਗਾ ਬਣਾ ਕੇ ਗਈ ਤੇ ਇੱਕ ਦਿਨ ਉਹ ਪਰਮੇਸ਼ਰ, ਜਿਹੜਾ ਪਰਮੇਸ਼ਰ ਕਿਸੇ ਨਾਲ ਗੱਲ ਨਹੀਂ ਸੀ ਕਰਦਾ, ਇਹਨੂੰ ਕੀ ਦੇ ਰਿਹਾ ਆ? ਆਵਾਜ਼ਾਂ ਦੇ ਰਿਹਾ। ਹੇ ਸੈਮੂਅਲ, ਸੈਮੂਅਲ, ਸੈਮੂਅਲ। ਬੱਚਾ ਆ ਹਜੇ, ਬੇਸ਼ੱਕ ਨਹੀਂ ਸਮਝਦਾ, ਪਰ ਕੌਣ ਆਵਾਜ਼ਾਂ ਮਾਰਦਾ? ਜੇ ਤੁਸੀਂ ਆਪਣੇ ਬੱਚਿਆਂ ਨੂੰ ਅਣਖ ਦੇ ਚੋਲੇ ਪਹਿਨਾਓਗੇ ਨਾ, ਤੁਹਾਡੇ ਬੱਚਿਆਂ ਨੂੰ ਸ਼ੈਤਾਨ ਨਹੀਂ, ਤੁਹਾਡੇ ਬੱਚਿਆਂ ਨੂੰ ਪਰਮੇਸ਼ਰ ਆਵਾਜ਼ ਦੇਵੇਗਾ। ਪਰ ਜ਼ਰੂਰੀ ਕੀ ਆ? ਅਣਖ ਦਾ ਚੋਲਾ ਪਹਿਨਣਾ ਜ਼ਰੂਰੀ ਆ। ਆਦਮ ਹਵਾ ਦਾ ਚੋਲਾ ਦੇਖਿਆ, ਯੂਸਫ ਦਾ ਚੋਲਾ ਦੇਖਿਆ, ਹੁਣ ਅਸੀਂ ਸੈਮੂਅਲ ਦਾ ਕੀ ਕਰ ਰਹੇ ਹਾਂ? ਇਹਨੇ ਚੋਲਾ ਪਹਿਨਿਆ, ਵੱਡਾ ਹੋਇਆ, ਔਰ ਪਰਮੇਸ਼ਰ ਨੇ ਐਸੀ ਸਾਮਰਥ ਇਹਨੂੰ ਬਖਸ਼ੀ ਆ। ਸਾਰੇ ਇਸਰਾਇਲ ਨੂੰ ਇਹਦੇ ਹੁਕਮ ਤੇ ਚੱਲਣਾ ਪੈਂਦਾ ਸੀ। ਇਹ ਜਿਹਨੂੰ ਕਹਿ ਦਿੰਦਾ ਸੀ ਅੱਜ ਤੋਂ ਰਾਜਾ, ਉਹ ਕੀ ਹੁੰਦਾ ਸੀ? ਤੇ ਜਿਹਨੂੰ ਕਹਿ ਦਿੰਦਾ ਤੂੰ ਰਾਜਾ ਨਹੀਂ, ਕਿਸੇ ਦੀ ਹਿੰਮਤ ਨਹੀਂ ਸੀ ਉਹਨੂੰ ਕੀ ਨਾ ਕਵੇ। ਉਹ ਮਤਲਬ ਜਿਨ੍ਹਾਂ ਨੂੰ ਰਾਜਾ ਬਣਾ ਦਿੰਦਾ ਸੀ ਉਹ ਕੀ ਬਣ ਜਾਂਦੇ ਸੀ, ਤੇ ਜਿਨ੍ਹਾਂ ਨੂੰ ਰਾਜ ਗੱਦੀ ਤੋਂ ਰੱਦ ਦਿੰਦਾ ਸੀ ਉਹ ਕੀ ਬਣ ਜਾਂਦੇ ਸੀ?
ਔਰ ਇੱਕ ਵਾਰ ਦੀ ਮੈਂ ਘਟਨਾ ਪੜ੍ਹਦਾ। ਇਹ ਸੈਮੂਅਲ ਕਿਸੇ ਬਿਨਾਂ ਦੱਸਿਆ ਕਿਸੇ ਪਿੰਡ 'ਚ ਚਲਾ ਗਿਆ। ਉਸ ਪਿੰਡ 'ਚ ਪਤਾ ਲੱਗ ਗਿਆ, ਦੂਰੋਂ ਕਿਸੇ ਨੇ ਜਾ ਕੇ ਦੱਸਤਾ ਸੈਮੂਅਲ ਇਸ ਪਿੰਡ 'ਚ ਆ ਰਿਹਾ ਜੇ। ਲਿਖਿਆ ਉਸ ਪਿੰਡ ਦੇ ਸਾਰੇ ਪੰਚ ਸਰਪੰਚ ਇਕੱਠੇ ਹੋ ਕੇ ਸਭ ਤੋਂ ਪਹਿਲਾਂ ਸੈਮੂਅਲ ਲੱਗੇ ਮਿਲਣ ਚਲੇ ਗਏ। ਕਹਿੰਦੇ ਕੀ ਗਲਤੀ ਹੋ ਗਈ ਆ, ਕਿ ਸਾਡੇ ਕੋਲ ਕੋਈ ਗਲਤੀ ਹੋ ਗਈ ਆ। ਉਹਨਾਂ ਨੂੰ ਪਤਾ ਇਹਨੇ ਜੋ ਕਹਿ ਦਿੱਤਾ ਨਾ, ਪਰਮੇਸ਼ਰ ਕਦੀ ਦੀ ਮੋੜੇਗਾ ਹੀ। ਕਿਤੇ ਸਾਡੇ ਇਸ ਪਿੰਡ ਦੇ ਖਿਲਾਫ, ਸਾਡੇ ਇਸ ਨਗਰ ਦੇ ਖਿਲਾਫ ਇਹਦੇ ਮੂੰਹ ਚੋਂ ਕੁਝ ਨਿਕਲ। ਇਸ ਕਰਕੇ ਪਹਿਲਾਂ ਜਾ ਕੇ ਹੱਥ ਜੋੜ ਕੇ ਕੀ ਹੋ ਗਏ ਨੇ। ਇਹ ਪਾਵਰ ਕਿਹਨੂੰ ਮਿਲਦੀ ਆ, ਇਹ ਸ਼ਕਤੀ ਕਿਹਨੂੰ ਮਿਲਦੀ ਆ? ਜਿਹੜੇ ਉਹਦੀ ਅਣਖ ਦੇ ਨਾਲ ਕੀ ਕਰਦੇ ਨੇ, ਜੀਂਦੇ ਨੇ, ਜਿਹੜੇ ਪਹਿਨਦੇ ਨੇ ਅਣਖ ਦਾ ਚੋਲਾ। ਉਹਨਾਂ ਨੂੰ ਤੇ ਅਣਖ ਦਾ ਚੋਲਾ ਹੀ ਪਹਿਨਾਇਆ ਸੀ ਨਾ, ਤੇ ਮੈਨੂੰ ਔਰ ਤੁਹਾਨੂੰ ਨਾਲ ਦਿੱਤੇ ਨੇ ਆਤਮਿਕ ਹਥਿਆਰ ਵੀ, ਸਾਰੇ ਸ਼ਸਤਰ ਵੀ ਤੇ ਬਸਤਰ ਵੀ। ਤੇ ਕਿਉਂ ਨਾ ਵੱਧ ਕੇ ਸਾਡਾ ਜੀਵਨ ਫਤਿਹਮੰਦ ਜੀਵਨ ਹੋਵੇ। ਨਰਕ ਦੀ ਅੱਗ ਉਹਨੇ ਤਾਂ ਹੀ ਰੱਖੀ ਆ। ਤੁਸੀਂ ਕੀ ਸੋਚਦੇ ਹੋਗੇ ਜਰੀ ਜਿੰਨੀ ਗਲਤੀ ਕੀਤੀ ਇਸ ਪਰਮੇਸ਼ਰ ਨਰਕ ਦੀ ਅੱਗ 'ਚ ਪਾ ਰਿਹਾ? ਇਹ ਆਉਂਦੀ ਹੋਵੇ ਨਾ ਸੋਚ ਵਿਚਾਰ। ਉਹਨੇ ਕਿਉਂ ਰੱਖੀ ਆ? ਕਿ ਇੰਨੇ ਇੰਤਜ਼ਾਮ ਕਰਨ ਦੇ ਬਾਵਜੂਦ ਵੀ, ਇੰਨੀਆਂ ਸਹੂਲਤਾਂ ਦੇਣ ਦੇ ਬਾਵਜੂਦ ਵੀ, ਇੱਕ ਇੱਕ ਨਿੱਕੀ ਨਿੱਕੀ ਗੱਲ ਦਾ ਇਹਨਾਂ ਲਈ ਇੰਤਜ਼ਾਮ ਕਰਨ ਦੇ ਬਾਵਜੂਦ ਵੀ ਜੇ ਇਹ ਨਹੀਂ ਸੁਧਰੇ ਤੇ ਫਿਰ ਤੁਸੀਂ ਆਪ ਜਾਣ ਲਓ, ਇੰਨੇ ਸਾਡੇ ਲਈ ਇੰਤਜ਼ਾਮ ਹੋਣ ਦੇ ਬਾਵਜੂਦ ਵੀ ਅਸੀਂ ਕਿਸ ਚੀਜ਼ ਦੇ ਯੋਗ ਆ? ਫਿਰ ਅਸੀਂ ਸੱਚਮੁੱਚ ਯੋਗ ਆ ਨਾ ਕਿ ਕਿੱਥੇ ਸੁੱਟਿਆ ਜਾਏ ਸਾਨੂੰ? ਜਿੱਥੇ ਰੋਣਾ ਤੇ ਕਚੀਚੀਆਂ ਦਾ ਵਟਣਾ ਆ, ਤੇ ਇੱਕ ਬੂੰਦ ਪਾਣੀ ਲਈ ਕੀ ਕਰਨਾ। ਇੰਨਾ ਕੁਛ ਉਹਨੇ ਸਾਡੇ ਲਈ ਕਰ ਦਿੱਤਾ, ਇੰਨੇ ਇੰਤਜ਼ਾਮ ਉਹਨੇ ਸਾਡੇ ਲਈ ਕਰ ਦਿੱਤੇ ਨੇ। ਜੇ ਤਾਂ ਵੀ ਨਹੀਂ ਅਸੀਂ ਸੁਧਰੇ ਤੇ ਆਖਰ ਫਿਰ ਕੀ ਆ? ਨਰਕ ਦੀ ਤਾਂ ਹੀ ਉਹਨੇ ਕੀ ਰੱਖੀ ਆ? ਨਰਕ ਦੀ ਅੱਗ ਸਾਡੇ ਲਈ, ਕਿ ਸਭ ਕੁਝ ਮੁਹੱਈਆ ਵੀ ਕਰਕੇ ਦੇ ਦਿੱਤਾ, ਤੂੰ ਤਾਂ ਵੀ ਮੇਰਾ ਆਗਿਆਕਾਰ ਨਹੀਂ ਬਣਿਆ, ਤੂੰ ਤਾਂ ਵੀ ਫਤਿਹਮੰਦ ਜੀਵਨ ਨਹੀਂ ਜੀਆ, ਤੂੰ ਤਾਂ ਵੀ ਇਹ ਸਭ ਕੁਝ ਨਹੀਂ ਕੀਤਾ। ਫਿਰ ਹੁਣ ਤੂੰ ਆਪੇ ਕੀ ਕਰੇਗਾ? ਸਦਰਕ ਮੇਸਕ ਅਬਦਨਗੋ ਨੂੰ ਤੇ ਬਣ ਕੇ ਕੀ ਕੀਤਾ ਸੀ ਨਾ, ਤੇ ਸਾਨੂੰ ਲਿਖਿਆ ਆਪੇ ਹੀ ਛਾਤੀ ਪਿੜ ਦੇ ਨਰਕ ਦੀ ਅੱਗ 'ਚ ਕੀ ਮਾਰਨੀਆਂ ਨੇ, ਛਾਲਾਂ ਮਾਰ। ਸਾਨੂੰ ਸੁੱਟਣਾ ਨਹੀਂ ਕਿਸੇ ਨੇ, ਕਿਉਂਕਿ ਉਦੋਂ ਸਾਡੀਆਂ ਅੱਖਾਂ ਖੁੱਲ ਜਾਣੀਆਂ ਨੇ। ਉਦੋਂ ਸਾਨੂੰ ਭਲੇ ਬੁਰੇ ਦਾ ਸਿਆਣ ਦੀ ਪਤਾ ਲੱਗ ਜਾਣੀ ਅਸੀਂ ਕੀ ਕੀਤਾ। ਇਹ ਇੰਤਜ਼ਾਮ ਸੀ ਤੇ ਆਹ ਸਾਡਾ ਜੀਵਨ ਸੀ। ਹੁਣ ਤੇ ਸਿਰਫ ਅਸੀਂ ਇੱਕੋ ਗੱਲ ਲਈ, ਇੱਕੋ ਕੰਮ ਲਈ ਯੋਗ ਆ। ਉਹ ਕੰਮ ਆ ਰੋਈਏ ਤੇ ਕਚੀਚੀਆਂ ਦਾ ਵਟੀਏ ਤੇ ਇੱਕ ਬੂੰਦ ਪਾਣੀ ਲਈ ਕੀ ਕਰੀਏ, ਤਰਸੀਏ। ਅੱਗੇ ਵਧਦੇ ਹਾਂ ਜੀ। ਪਹਿਲਾ ਰਾਜਾ 19 ਬਾਬ ਉਹਦਾ 10 ਵਚਨ। ਪਹਿਲਾ ਰਾਜਾ 19 ਬਾਬ ਉਹਦਾ 10 ਵਚਨ। ਏਲੀਆ ਕੀ ਕਹਿੰਦਾ? ਅੱਗੋਂ ਉਸਨੇ ਆਖਿਆ, ਮੈਂ ਯਹੋਵਾ ਸੈਨਾ ਦੇ ਪਰਮੇਸ਼ਰ। ਇਹਦਾ 9 ਵਚਨ ਤੋਂ ਪੜ੍ਹਨਾ ਸ਼ੁਰੂ ਕਰ ਦਿਓ। ਉੱਥੇ ਉਹ ਇੱਕ ਗੁਫਾ ਵਿੱਚ ਜਾ ਰਿਹਾ, ਤਾਂ ਵੇਖੋ ਯਹੋਵਾ ਦਾ ਬਚਨ ਉਸ ਨੂੰ ਆਇਆ ਅਤੇ ਉਸ ਨੂੰ ਆਖਿਆ। ਏਲੀਆ ਇੱਕ ਗੁਫਾ 'ਚ ਰਹਿ ਰਿਹਾ, ਗੁਫਾ 'ਚ ਜਾ ਕੇ ਰਹਿ ਰਿਹਾ ਤੇ ਪਰਮੇਸ਼ਰ ਉਹਦੇ ਨਾਲ ਗੱਲ ਕਰਨ ਲਈ ਆਇਆ। ਹਾਂ, ਹੇ ਏਲੀਆ, ਹੇ ਏਲੀਆ, ਤੂੰ ਇੱਥੇ ਕੀ ਕਰਦਾ ਹੈ? ਤੂੰ ਇੱਥੇ ਕੀ ਕਰਦਾ ਆ? ਅੱਗੋਂ ਉਸ ਆਖਿਆ, ਅੱਗੋਂ ਏਲੀਆ ਦਾ ਬਿਆਨ ਸੁਣੋ। ਅੱਗੋਂ ਏਲੀਆ ਨੇ ਆਖਿਆ, ਮੈਂ ਸੈਨਾ ਦੇ ਯਹੋਵਾ ਦੇ ਪਰਮੇਸ਼ਰ ਦੀ ਅਣਖ ਨਾਲ ਸੜਿਆ ਪਿਆ ਹਾਂ। ਹਾਲੇਲੂਇਆ। ਕਹਿੰਦਾ ਮੈਂ ਸੈਨਾ ਦੇ ਯਹੋਵਾ ਦੀ ਅਣਖ ਨਾਲ ਕੀ ਆ? ਮੇਰੇ ਅੰਦਰ ਪਰਮੇਸ਼ਰ ਦੀ ਅਣਖ ਆ। ਇਸ ਕਰਕੇ ਜਿੱਥੇ ਉਹ ਮੈਨੂੰ ਬਿਠਾਉਂਦਾ ਮੈਂ ਕੀ ਕਰਦਾ ਉੱਥੇ। ਲਿਖਿਆ ਨਾ ਏਲੀਆ ਸਾਡੇ ਵਰਗਾ ਦੁੱਖ ਸੁੱਖ ਝੱਲਣ ਵਾਲਾ ਕੀ ਸੀ? ਉਹਦਾ ਵੀ ਪਰਿਵਾਰ ਸੀ, ਉਹਦਾ ਵੀ ਸਭ ਕੁਝ ਸੀ, ਪਰ ਉਹਨੇ ਪਰਮੇਸ਼ਰ ਦੀ ਅਣਖ ਦੇ ਕਾਰਨ ਪਾਲੂਸ ਵਾਂਗੂ ਕਹਿੰਦਾ ਮੈਂ ਆਪਣੇ ਮਤਲਬ ਦੀਆਂ ਚੀਜ਼ਾਂ ਨੂੰ ਕੀ ਸਮਝਦਾ, ਸਗੋਂ ਮੈਂ ਕੀ ਕੀਤੀ ਆ? ਹਾਣ ਝੱਲੀ ਵੀ ਆ। ਕਿੰਨੀ ਦੇਰ ਉਹਨੂੰ ਕਰੀਸ ਦੇ ਨਾਲੇ ਤੇ ਰਹਿਣਾ ਪਿਆ, ਕਿੰਨੀ ਦੇਰ ਉਹਨੂੰ ਇਸ ਗੁਫਾ 'ਚ ਰਹਿਣਾ ਪਿਆ। ਕਾਹਦੇ ਕਾਰਨ? ਕਹਿੰਦਾ ਮੈਂ ਕੀ ਆ? ਇਸਰਾਏਲ ਦੇ ਯਹੋਵਾ ਪਰਮੇਸ਼ਰ ਦੀ ਅਣਖ ਦੇ ਵਿੱਚ ਕੀ ਆ? ਉਹੀ ਅਣਖ ਜਿਹਦੇ ਬਾਰੇ ਪੜਿਆ ਸੀ। ਕਹਿੰਦਾ ਮੇਰੀ ਅਣਖ ਸਿਉਣ ਲਈ ਐਸੀ ਅਣਖ ਆ ਕਿ ਮੈਂ ਯਰੂਸ਼ਲਮ ਨੂੰ ਇੱਕ ਵਫਾਦਾਰ ਨਗਰੀ ਬਣਾਵਾਂ। ਮੇਰੀ ਅਣਖ ਇਹ ਆ ਕਿ ਮੈਂ ਯਹੋਵਾ ਦੇ ਪਵਿੱਤਰ ਪਹਾੜ ਨੂੰ ਇੱਕ ਪਵਿੱਤਰ ਪਹਾੜ ਬਣਾ ਕੇ ਪੇਸ਼ ਕਰਾਂ। ਇਸੇ ਅਣਖ ਦੇ ਵਿੱਚ ਕਹਿੰਦਾ ਉਹ ਯਹੋਵਾ ਦੀ ਜਿਹੜੀ ਅਣਖ ਆ ਨਾ, ਉਸ ਅਣਖ ਦੇ ਵਿੱਚ ਮੈਂ ਕੀ ਆ? ਸੜਿਆ ਪਿਆ ਆ। ਫਿਰ ਜਿਹੜੇ ਉਹਦੀ ਅਣਖ 'ਚ ਸੜਦੇ ਨੇ, ਪਰਮੇਸ਼ਰ ਉਹਨਾਂ ਦੇ ਦੁਆਰਾ ਹੀ ਆਪਣੇ
ਕੰਮ ਵੀ ਕਰਦਾ ਆ। ਏਲੀਆ ਨੇ ਕਿਹਾ 3.5 ਸਾਲ ਕੀ ਨਾ ਹੋਵੇ, ਨਾ 3.5 ਸਾਲ ਮੀਂਹ ਪਿਆ, ਨਾ 3.5 ਸਾਲ ਕੀ ਪਈ, ਤਰੇਲ ਹੀ ਪਈ। ਇਸਰਾਇਲ ਚੋਂ ਪਾਪ ਕਿਉਂ ਅਣਖ ਸੜਿਆ ਸੀ? ਕਿਉਂਕਿ ਇਸਰਾਇਲ ਯਹੋਵਾ ਪਰਮੇਸ਼ਰ ਦੇ ਪਿੱਛੇ ਨਾ ਚੱਲ ਕੇ ਬਾਲ ਦੇਵਤਾ ਦੇ ਪਿੱਛੇ ਕੀ ਹੋ ਗਿਆ ਸੀ? ਇਸ ਕਾਰਨ ਉਹ ਅਣਖ ਸੜਿਆ। ਪ੍ਰਭੂ ਤੂੰ ਜਿੰਦਾ ਪਰਮੇਸ਼ਰ ਹੋਣ ਦੇ ਬਾਵਜੂਦ ਵੀ ਤੂੰ ਇਹਨਾਂ ਨੂੰ ਰਾਜੇ ਮਸਾ ਕੀਤਾ, ਇਹਨਾਂ ਨੂੰ ਰਾਜੇ ਬਣਾਇਆ। ਇਹ ਰਾਜਾ, ਇਹ ਅਹਾਬ ਰਾਜਾ ਤੈਨੂੰ ਛੱਡ ਕੇ ਆਪਣੀ ਰਾਣੀ ਈਜ਼ਬਲ ਦੇ ਪਿੱਛੇ ਲੱਗ ਕੇ ਇਸ ਬਾਲ ਦੇਵਤਾ ਨੂੰ ਮੱਥਾ ਟੇਕਣ ਲੱਗ ਪਿਆ। ਇੱਕੋ ਬੰਦਾ, ਜੇ ਤੁਸੀਂ ਅਣਖ ਰੱਖਦੇ ਹੋ ਨਾ, ਇਸ ਸੰਸਾਰ ਨੂੰ ਬਦਲਣ ਦੇ ਲਈ ਇੱਕ ਪਰਮੇਸ਼ਰ ਨੂੰ ਸਿਰਫ ਇੱਕ ਅਣਖੀ ਦੀ ਲੋੜ ਆ। ਮੂਸਾ ਅਣਖ ਰੱਖਦਾ ਸੀ। ਮੂਸਾ ਦੇ ਦੁਆਰਾ ਮਿਸਰ ਔਰ ਫਿਰੌਨ ਨੂੰ ਐਸਾ ਮਾਰਿਆ ਪਰਮੇਸ਼ਰ ਨੇ, ਅੱਜ ਤੱਕ ਇਤਿਹਾਸ ਉਹਨਾਂ ਦਾ ਮੂਸਾ ਦੇ ਨਾਂ ਤੋਂ ਥਰਥਰਾਉਂਦਾ ਆ। ਜਦੋਂ ਮਾਹੌਲ ਵਿਗੜਿਆ ਹੋਇਆ ਸੀ, ਸੈਮੂਅਲ ਨਬੀ ਜੋ ਪਰਮੇਸ਼ਰ ਦੀ ਅਣਖ ਰੱਖਦਾ ਸੀ, ਐਸੇ ਉਪਦੇਸ਼ ਫਿੱਟ ਕੀਤੇ ਨੇ, ਐਸੀਆਂ ਉਦਾਹਰਨਾਂ ਫਿੱਟ ਕੀਤੀਆਂ ਨੇ ਕਿ ਪਰਮੇਸ਼ਰ ਦਾ ਜਨ ਨਿਆਈ ਬਣ ਕੇ ਤੁਹਾਨੂੰ ਅੱਗੇ ਚਲਾਏਗਾ। ਹੁਣ ਇਸ ਏਲੀਆ ਦੇ ਦੁਆਰਾ ਐਸੀਆਂ ਉਦਾਹਰਨਾਂ ਦਿੱਤੀਆਂ ਨੇ। ਸਾਰੇ ਬਾਲ ਦੇ ਪੁਜਾਰੀ, ਸਾਰੇ ਬਾਲ ਦੇ ਖਾਣ ਵਾਲੇ, ਉਹਦੇ ਲੰਗਰ ਚੋਂ ਖਾਣ ਵਾਲੇ, ਉਹਦੀ ਆਰਾਧਨਾ ਉਪਾਸਨਾ ਕਰਨ ਵਾਲੇ ਵੱਢ ਕੇ ਕਰੀਸ ਦੇ ਨਾਲੇ 'ਚ ਸਟਾਏ ਨੇ ਇਹਦੇ ਕੋਲ। ਤੇ ਇਸਰਾਇਲ ਨੂੰ ਫਿਰ ਤੋਂ ਦੁਬਾਰਾ ਪਵਿੱਤਰ ਕੀਤਾ ਉਹਨੇ। ਕਿਹਦੇ ਦੁਆਰਾ? ਸਿਰਫ ਇੱਕ ਅਣਖੀ ਦੇ ਦੁਆਰਾ। ਪਰਮੇਸ਼ਰ ਨੂੰ ਵੱਡੀ ਭੀੜ ਦੀ ਲੋੜ ਨਹੀਂ ਆ। ਜੇਕਰ ਤੁਸੀਂ ਪਰਮੇਸ਼ਰ ਲਈ ਕੁਝ ਕਰਨਾ ਚਾਹੁੰਦੇ ਹੋ, ਤੁਸੀਂ ਪਰਮੇਸ਼ਰ ਦੇ ਲਈ ਇੱਕ ਯੂਸਫੁਲ ਹਥਿਆਰ ਬਣਨਾ ਚਾਹੁੰਦੇ ਹੋ ਕਿ ਪਰਮੇਸ਼ਰ ਤੁਹਾਨੂੰ ਇਸਤੇਮਾਲ ਕਰੇ, ਇੱਕੋ ਚੀਜ਼ ਦੀ ਲੋੜ ਆ, ਉਹਦੇ ਲਈ ਅਣਖ ਰੱਖੋ। ਪਲੂਸ ਜਿਹੀ ਅਣਖ ਰੱਖੋ, ਸੈਮੂਅਲ ਜਿਹੀ ਅਣਖ ਰੱਖੋ, ਏਲੀਆ ਜਿਹੀ ਅਣਖ ਰੱਖੋ। ਪਰਮੇਸ਼ਰ ਯਹੋਵਾ ਜਿਹੜਾ ਸੈਨਾ ਦਾ ਯਹੋਵਾ ਆ ਤੁਹਾਨੂੰ ਇਸਤੇਮਾਲ ਕਰੇਗਾ। ਇਹ ਸੇਵਕਾਂ ਦੇ ਲਈ ਵੀ ਆ ਔਰ ਵਿਸ਼ਵਾਸੀਆਂ ਦੇ ਲਈ ਵੀ। ਜੇ ਇੱਕ ਸੇਵਕ ਚਾਹੁੰਦਾ ਮੇਰੀ ਸੇਵਾ 'ਚ ਪਰਮੇਸ਼ਰ ਮੈਨੂੰ ਇਸਤੇਮਾਲ ਕਰੇ, ਕਿਸੇ ਚੀਜ਼ ਦੀ ਲੋੜ ਨਹੀਂ ਆ। ਇਹਨਾਂ ਵਚਨਾਂ ਨੂੰ ਸਿੱਖ, ਉਹਦੇ ਲਈ ਅਣਖ ਰੱਖ, ਪਰਮੇਸ਼ਰ ਤੈਨੂੰ ਬਹੁਤਾਇਤ ਦੇ ਨਾਲ ਇਸਤੇਮਾਲ ਕਰੇਗਾ। ਇੱਕ ਵਿਸ਼ਵਾਸੀ ਵੀ ਜੇਕਰ ਚਾਹੁੰਦਾ ਮੈਂ ਪਰਮੇਸ਼ਰ ਦੇ ਲਈ ਕੁਝ ਕਰਾਂ, ਕੀ ਕਰਨਾ ਪਏਗਾ? ਅਣਖ ਰੱਖਣੀ ਪਏਗੀ। ਤੇ ਸਭ ਤੋਂ ਪਹਿਲਾਂ ਆਪਣੀ ਇਸ ਅਣਖ ਦੇ ਨਾਲ ਆਪਣੇ ਆਪ ਨੂੰ ਸ਼ੈਤਾਨ ਦੀਆਂ ਯੁਕਤੀਆਂ, ਸ਼ੈਤਾਨ ਦੀਆਂ ਚਾਲਾਂ 'ਚ ਫਸਣ ਤੋਂ ਕੀ ਕਰਨਾ ਪਵੇਗਾ? ਬਚਾਉਣਾ ਪਏਗਾ। ਪਰਮੇਸ਼ਰ ਬਹੁਤਾਇਤ ਦੇ ਨਾਲ ਆਸ਼ੀਸ਼ ਦੇਵੇਗਾ। ਅੱਗੇ ਪੜ੍ਹਦੇ ਹਾਂ ਜੀ ਅਸੀਂ ਗਿਣਤੀ ਦੀ ਕਿਤਾਬ 25 ਬਾਬ ਉਹਦਾ 5 ਤੋਂ ਲੈ ਕੇ 11 ਆਇਤ। ਤਾਂ ਮੂਸਾ ਨੇ ਇਸਰਾਇਲ ਦੇ ਨਿਆਂਕਾਰਾਂ ਨੂੰ ਆਖਿਆ। ਇੱਥੇ ਮੂਸਾ ਨੇ ਇਸਰਾਇਲ ਦੇ ਨਿਆਂਇਆਂ ਨੂੰ ਆਖਿਆ, ਨਿਆਂਕਾਰਾਂ ਨੂੰ ਇੱਕ ਗੱਲ ਕਹਿ ਰਿਹਾ ਮੂਸਾ। ਹਾਂ, ਹਰ ਇੱਕ ਆਪਣੇ ਮਨੁੱਖਾਂ ਨੂੰ ਜਿਹੜੇ ਬਿਆਲ ਪਰ ਨਾਲ ਰਲ ਗਏ ਹਨ। ਕਹਿੰਦਾ ਹਰ ਜਿਹੜੇ ਤੁਹਾਡੇ ਵਿੱਚੋਂ, ਇਸਰਾਇਲੀਆਂ ਨੂੰ ਕਹਿ ਰਿਹਾ, ਜਿਹੜੇ ਤੁਹਾਡੇ ਵਿੱਚੋਂ ਬਿਆਲ ਦੇਵਤਾ ਦੇ ਨਾਲ ਰਲ ਗਏ ਨੇ, ਹਾਂ, ਵੱਢ ਸੁੱਟੇ, ਉਹਨਾਂ ਨੂੰ ਕੀ ਕਰ ਦਿਓ? ਵੱਢ ਸੁੱਟੋ। ਕਹਿੰਦਾ ਤੁਹਾਡੇ ਵਿੱਚੋਂ ਜੇਕਰ ਕੋਈ ਬਿਆਲ ਦੇਵਤਾ ਦੇ ਨਾਲ ਰਲ ਗਏ ਨੇ ਤਾਂ ਉਹਨਾਂ ਨੂੰ ਕੀ ਕਰੋ? ਵੱਢ ਸੁੱਟੋ। ਹਾਂ, ਤਾਂ ਵੇਖੋ ਇੱਕ ਇਸਰਾਇਲੀ ਮਨੁੱਖ ਆਇਆ। ਵੇਖੋ ਉਹਨਾਂ ਇਹ ਗੱਲ ਕਰਦਿਆਂ ਇੱਕ ਇਸਰਾਇਲੀ ਮਨੁੱਖ ਆਇਆ। ਹਾਂ, ਅਤੇ ਆਪਣੇ ਭਰਾਵਾਂ ਲਈ ਇੱਕ ਮਿਦਿਆਨਣ ਨੂੰ ਮੂਸਾ ਦੇ ਵੇਖਦਿਆਂ ਅਤੇ ਸਾਰੀ ਇਸਰਾਇਲੀ ਮੰਡਲੀ ਦੇ ਵੇਖਦਿਆਂ, ਤੇ ਜਦ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਰੋ ਰਹੇ ਸਨ, ਕਹਿੰਦਾ ਜਦੋਂ ਲੋਕ ਬਾਹਰ ਇਸ ਗੱਲ ਦੇ ਲਈ ਰੋ ਰਹੇ ਨੇ, ਤੇ ਇੱਕ ਇਨਸਾਨ ਨੇ, ਇੱਕ ਮਿਦਿਆਨਣ ਔਰਤ, ਇੱਕ ਮੂਰਤੀ ਪੂਜਕ ਔਰਤ ਜਿਹੜੀ ਕਿ ਪਰਮੇਸ਼ਰ ਦੇ ਪਿੱਛੇ ਨਹੀਂ ਸੀ ਚੱਲਦੀ, ਉਹਨੂੰ ਆਪਣੇ ਘਰ ਲੈ ਆਇਆ। ਹਾਂ, ਜਾਂ ਹਰੂਨ ਜਾਜਕ ਦੇ ਪੋਤੇ ਅਲਿਆਜ਼ਾਰ ਨੇ ਪੁੱਤਰ, ਜਦੋਂ ਹਰੂਨ ਦੇ ਪੋਤਰੇ ਅਲਿਆਜ਼ਾਰ ਨੇ, ਹਾਂ, ਅਲਿਆਜ਼ਾਰ ਦੇ ਪੁੱਤਰ ਫੀਨਹਾਸ ਨੇ ਇਹ ਚੀਜ਼ਾਂ ਵੇਖੀਆਂ। ਹਾਂ, ਮੰਡਲੀ ਦੇ ਤੰਬੂ ਵਿੱਚੋਂ ਉੱਠ ਕੇ ਆਪਣੇ ਹੱਥ ਵਿੱਚ ਇੱਕ ਨੇਜਾ ਲਿਆ। ਕਹਿੰਦਾ ਉਹਨੇ ਮੰਡਲੀ ਦੇ ਤੰਬੂ ਚੋਂ ਉੱਠ ਕੇ ਆਪਣੇ ਹੱਥ ਦੇ ਵਿੱਚ ਇੱਕ ਨੇਜਾ ਲਿਆ। ਹਾਂ, ਤੇ ਉਸ ਇਸਰਾਇਲੀ ਮਨੁੱਖ ਦੇ ਪਿੱਛੇ ਚਾਨਣੀ ਵਿੱਚ ਜਾ ਕੇ ਦੋਹਾਂ ਨੂੰ, ਕਹਿੰਦਾ ਉਹ ਚਾਨਣੀ ਦੇ ਉਸ ਤੰਬੂ ਦੇ ਬਾਹਰ ਖਲੋ ਕੇ ਉਹਨਾਂ ਦੋਨਾਂ ਨੂੰ, ਅਰਥਾਤ ਇਸਰਾਇਲੀ ਮਨੁੱਖ ਅਤੇ ਉਸ ਤੀਵੀਂ ਦੇ ਢਿੱਡ ਨੂੰ ਵਿੰਨ ਸੁੱਟਿਆ। ਕਹਿੰਦਾ ਉਹਨਾਂ ਦੋਨਾਂ ਨੂੰ ਇੱਕੇ ਹੀ ਉਸ ਭਾਲੇ ਦੇ ਨਾਲ ਕੀ ਕਰ ਦਿੱਤਾ?
ਵਿੰਨ ਦਿੱਤਾ, ਹਾਂ, ਤਾਂ ਇਸਰਾਏਲੀਆਂ ਤੋਂ ਬਵਾ ਰੁਕ ਗਈ। ਤਾਂ ਇਸਰਾਏਲੀਆਂ ਤੋਂ ਕੀ ਹੋ ਗਈ? ਬਵਾ ਰੁਕ ਗਈ, ਹਾਂ। ਜਿਹੜੇ ਉਸ ਬਵਾ ਨਾਲ ਮਰੇ ਉਹ 24,000 ਸਨ। ਜਿਹੜੇ ਉਸ ਬਵਾ ਦੇ ਨਾਲ ਮਰੇ ਸੀ ਨਾ, ਉਹ 24,000 ਲੋਕ ਸੀ। ਅੱਗੇ ਪੜੋ। ਫਿਰ ਯਹੋਵਾ ਮੂਸਾ ਨੂੰ ਬੋਲਿਆ, ਫਿਰ ਯਹੋਵਾ ਮੂਸਾ ਨੂੰ ਬੋਲਿਆ, ਹਾਰੂਨ ਜਾਜਕ ਦੇ ਪੋਤੇ ਅਲਿਆਜ਼ਾਰ ਦੇ ਪੁੱਤਰ ਫਿਨਹਾਸ ਨੇ ਮੇਰੇ ਕ੍ਰੋਧ ਨੂੰ, ਕਹਿੰਦਾ ਇਹਨੇ ਪਤਾ ਕੀ ਕੀਤਾ ਆ? ਇਸ ਫੀਨਹਾਸ ਨੇ ਇਹ ਕੀਤਾ ਆ ਕਿ ਮੇਰੇ ਕ੍ਰੋਧ ਨੂੰ, ਹਾਂ, ਇਸਰਾਏਲੀਆਂ ਤੋਂ ਟਾਲ ਦਿੱਤਾ ਹੈ। ਮੇਰੇ ਕ੍ਰੋਧ ਨੂੰ ਇਸਰਾਏਲੀਆਂ ਤੋਂ ਟਾਲ ਦਿੱਤਾ ਆ। ਜਦੋਂ ਉਹਨਾਂ ਵਿੱਚ ਮੇਰੀ ਅਣਖ ਨਾਲ ਅਣਖੀ ਹੋਇਆ, ਕਹਿੰਦਾ ਜਦੋਂ ਉਹਦੇ ਵਿੱਚ ਮੇਰੀ ਕੀ ਜਾਗੀ ਆ? ਅਣਖ ਜਾਗੀ ਆ। ਇਸਰਾਏਲ ਦੇ ਕਿੰਨੇ ਲੋਕ ਸੀ ਉਸ ਜਗ੍ਹਾ ਤੇ ਸੁਣ ਰਹੇ, ਸੁਣ ਰੋ ਰਹੇ ਸੀ, ਪਰ ਹਿੰਮਤ ਨਹੀਂ ਸੀ ਕਰ ਰਹੇ। ਅੱਜ ਸਾਡਾ ਜੀਵਨ ਵੀ ਐਸਾ ਆ, ਅਸੀਂ ਤਾਂ ਗਲਤੀ ਕਰਕੇ ਕੀ ਕਰਦੇ ਆ? ਪਰਮੇਸ਼ਰ ਦੇ ਕਦਮਾਂ 'ਚ ਰੋਨੇ ਆ। ਪਾਪ ਕਰਕੇ ਪਰਮੇਸ਼ਰ ਦੇ ਕਦਮਾਂ 'ਚ, ਪ੍ਰਭੂ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਮਾਫ ਕਰ। ਪਰ ਇਸ ਫੀਨਾਸ ਨੇ ਕੀ ਕੀਤਾ? ਨਾ ਰੋਣਾ। ਗਲਤੀ ਕਰਕੇ ਬਾਅਦ ਚ ਰੋਣਾ ਨਹੀਂ, ਪਹਿਲਾਂ ਗਲਤੀ ਨੂੰ ਕੀ ਕਰੋ। ਇਹਦੀ ਕੱਲੇ ਦੀ ਅਣਖ ਜਾਗੀ ਆ, ਔਰ ਜਾ ਕੇ ਉਸ ਪਾਪ ਨੂੰ ਇਸਰਾਇਲ ਚੋਂ ਕੀ ਕਰ ਦਿੱਤਾ? ਮੁਕਾ ਦਿੱਤਾ ਆ। ਕਿ ਅੱਜ ਤੁਹਾਡੀ ਅਣਖ ਜਾਗੇਗੀ ਕਿ ਆਪਣੇ ਇਸ ਇਸਰਾਇਲ ਦੇ ਵਿੱਚ, ਆਪਣੇ ਇਸ ਯਰੂਸ਼ਲਮ ਦੇ ਵਿੱਚੋਂ, ਆਪਣੇ ਇਸ ਸਿਯੋਨ ਪਹਾੜ ਦੇ ਵਿੱਚੋਂ, ਆਪਣੀ ਇਸ ਪਰਮੇਸ਼ਰ ਦੀ ਹੈਕਲ ਦੇ ਵਿੱਚੋਂ ਤੁਸੀਂ ਆਪਣੇ ਪਾਪਾਂ ਨੂੰ ਖਤਮ ਕਰੋਗੇ? ਆਪਣੇ ਜੀਵਨ ਦੀਆਂ ਗਲਤੀਆਂ ਨੂੰ ਖਤਮ ਕਰੋਗੇ? ਇਹ ਪਵਿੱਤਰ ਆਤਮਾ ਨੇ ਤੁਹਾਨੂੰ ਹਥਿਆਰ, ਸ਼ਸਤਰ ਬਸਤਰ ਦੇ ਦਿੱਤੇ ਨੇ। ਹੁਣ ਉਠੋ, ਪਰਮੇਸ਼ਰ ਦੀ ਅਣਖ 'ਚ ਜਾਗੋ, ਆਪਣੇ ਆਪ ਨੂੰ ਇੱਕ ਵਫਾਦਾਰ ਔਰ ਆਪਣੇ ਆਪ ਨੂੰ ਇੱਕ ਪਵਿੱਤਰ ਨਗਰੀ ਸਥਾਪਿਤ ਕਰੋ, ਜਿੱਥੇ ਆ ਕੇ ਪਰਮੇਸ਼ਰ ਤੁਹਾਡੇ ਵਿੱਚ ਵਾਸ ਕਰੇ। ਕਿ ਫੀਨਾਸ ਵਾਂਗੂ ਸਾਡੀ ਅਣਖ ਜਾਗੇਗੀ ਕਿ ਜਾਂ ਸੁੱਤੇ ਰਵਾਂਗੇ? ਜੇ ਨਹੀਂ ਜਾਗੀ ਤੇ ਫਿਰ ਅਸੀਂ ਵੀ ਉਸ ਕਿੰਨੇ ਲੱਖਾਂ ਲੋਕਾਂ ਦੀ ਤਰ੍ਹਾਂ ਪਰਮੇਸ਼ਰ ਦਾ ਵਚਨ ਸੁਣ ਕੇ ਰੋਣ ਵਾਲੇ ਤੇ ਹੋਵਾਂਗੇ। ਪਰਮੇਸ਼ਰ ਨੂੰ ਪਰਮੇਸ਼ਰ ਦਾ ਵਚਨ ਸੁਣ ਕੇ ਰੋਣ ਵਾਲੇ ਨਹੀਂ ਚਾਹੀਦੇ। ਅੱਜ ਅਸੀਂ ਵਚਨ ਕਰਦੇ ਆ, ਵਚਨ ਸੁਣਦੇ ਆ, ਵਚਨ ਸੁਣ ਕੇ ਜਦੋਂ ਵਚਨ ਸਾਡੇ ਅਸੀਂ ਰੋਣਾ ਸ਼ੁਰੂ ਕਰ ਦਿੰਦੇ ਆ। ਰੋਣਾ ਜ਼ਰੂਰੀ ਆ, ਦਿਲ ਦਾ ਟੁੱਟਣਾ ਵੀ ਜ਼ਰੂਰੀ ਆ, ਪਰ ਉਹ ਤੋਂ ਅੱਗੇ ਕੁਝ ਸਟੈਪ ਵੀ ਤੇ ਲੈਣਾ ਨਾ। ਪਰਮੇਸ਼ਰ ਨੂੰ ਸਿਰਫ ਰੋਣ ਵਾਲੇ ਨਹੀਂ ਚਾਹੀਦੇ, ਪਰਮੇਸ਼ਰ ਨੂੰ ਆਪਣੇ ਹੱਥ 'ਚ ਨੇਜਾ ਫੜਨ ਵਾਲੇ ਵੀ ਚਾਹੀਦੇ ਨੇ, ਜਿਹੜਾ ਪਾਪ ਨੂੰ ਕੀ ਕਰੇ? ਵਿੰਨ ਸੁੱਟੇ। ਜੇਕਰ ਤੁਹਾਡੇ ਜੀਵਨ 'ਚ ਕੋਈ ਵੀ ਸ਼ੈਤਾਨ ਦੀ ਯੁਕਤੀ, ਸ਼ੈਤਾਨ ਦੀ ਚਾਲ, ਸ਼ੈਤਾਨ ਦਾ ਕੋਈ ਪਾਪ, ਸ਼ੈਤਾਨ ਦਾ ਕੰਮ ਤੁਹਾਡੇ ਜੀਵਨ 'ਚ ਚੱਲ ਰਿਹਾ, ਅੱਜ ਪਵਿੱਤਰ ਆਤਮਾ ਦੀ ਅਣਖ, ਪਰਮੇਸ਼ਰ ਦੀ ਅਣਖ ਦੇ ਨਾਲ ਖੜੇ ਹੋ ਜਾਓ। ਉਸ ਕੰਮ ਨੂੰ, ਉਸ ਪਾਪ ਨੂੰ ਪਰਮੇਸ਼ਰ ਦਾ ਵਚਨ ਕਹਿੰਦਾ ਵੱਢ ਸੁੱਟ। ਔਰ ਤੂੰ ਅੱਜ ਕੀ ਕਰ? ਤੇਰੇ ਹੱਥ ਦੇ ਵਿੱਚ ਪਰਮੇਸ਼ਰ ਨੇ ਆਪਣੀ ਆਤਮਾ ਦੀ ਤਲਵਾਰ ਵੀ ਕੀ ਕਰ ਦਿੱਤੀ ਆ। ਤੇ ਪਿਛਲੀ ਵਾਰੀ ਸਿੱਖਿਆ ਸੀ, ਜਿਹੜੀ ਚੀਜ਼ ਵੀ ਉਹਦੇ ਗਿਆਨ ਤੋਂ ਉੱਪਰ ਕੀ ਕਰਦੀ ਆ, ਉਹਨੂੰ ਕੀ ਕਰਦਾ ਆ? ਅੱਜ ਨੇਜਾ ਲੈ ਕੇ, ਅੱਜ ਉਹ ਤਲਵਾਰ ਲੈ ਕੇ ਆਪਣੇ ਜੀਵਨ ਦੇ ਵਿੱਚੋਂ ਸਾਰੇ ਪਾਪ ਨੂੰ ਵੱਢ ਸੁੱਟੋ। ਕਮ ਸੋ ਕਮ ਅੱਜ ਜਦੋਂ ਅਸੀਂ ਇਹ ਵਚਨ ਨੂੰ ਸੁਣ ਰਹੇ ਹਾਂ, ਅੱਜ ਹੀ ਆਪਣੇ ਸ਼ੁੱਧੀਕਰਨ ਦਾ ਕੰਮ ਸ਼ੁਰੂ ਕਰ ਦਈਏ। ਅੱਜ ਹੀ ਆਪਣੇ ਆਪ ਨੂੰ ਵਫਾਦਾਰ ਸਾਬਤ ਕਰਨ ਦਾ ਕੰਮ ਸ਼ੁਰੂ ਕਰ ਦਈਏ। ਅੱਜ ਹੀ ਉਹਦੇ ਪਹਾੜ ਨੂੰ ਪਵਿੱਤਰ ਕਰਨ ਦਾ ਕੀ ਕਰ ਦਈਏ? ਸ਼ੁਰੂ ਕਰ ਦਈਏ। ਔਰ ਅੱਜ ਹੀ ਇਸ ਹੈਕਲ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਕਰ ਦਈਏ। ਸਾਰੀ ਮੈਲ ਕਚੈਲ ਨੂੰ ਕੀ ਕਰ ਲਈਏ? ਬਾਹਰ ਕੱਢ ਦਈਏ। ਇਹ ਤਦ ਹੀ ਹੋਵੇਗਾ ਜਦ ਤੁਸੀਂ ਕੀ ਪਹਿਨੋਗੇ? ਉਹਦੀ ਅਣਖ ਨੂੰ ਕੱਪੜਿਆਂ ਦੀ ਤਰ੍ਹਾਂ ਪਹਿਨ ਲਓਗੇ, ਉਹਦੀ ਅਣਖ ਨੂੰ ਬਸਤਰਾਂ ਦੀ ਤਰ੍ਹਾਂ ਪਹਿਨ ਲਓਗੇ। ਹਾਲੇਲੂਇਆ। ਅੱਗੇ ਪੜ੍ਹਦੇ ਹਾਂ ਜੀ, ਯੂਹੰਨਾ ਦੀ ਇੰਜੀਲ 2 ਬਾਬ 15, 16 ਔਰ 17 ਵਚਨ। ਉਪਰੰਤ ਉਸਨੇ ਰੱਸੀ ਦਾ ਕੋਰੜਾ ਬਣਾ ਕੇ, ਯਿਸੂ ਮਸੀਹ ਹੈਕਲ 'ਚ ਗਿਆ ਤੇ ਹੈਕਲ 'ਚ ਉਹਨੂੰ ਕੁਝ ਐਸੀਆਂ ਗੱਲਾਂ ਦਿਖਾਈ ਦਿੱਤੀਆਂ ਜਿਹੜੀਆਂ ਕਿ ਨਹੀਂ ਹੀ ਹੋਣੀਆਂ ਚਾਹੀਦੀਆਂ, ਜਿਹੜੀਆਂ ਪਰਮੇਸ਼ਰ ਦੀ ਹੈਕਲ ਦੇ ਵਿੱਚ ਜਿਨ੍ਹਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ ਹੋਣਾ ਚਾਹੁੰਦਾ। ਹੁਣ ਉਹ ਹੈਕਲ ਕਿਹੜੀ ਆ? ਉਹ ਹੈਕਲ ਆ ਅਸੀਂ। ਅੱਜ ਪਰਮੇਸ਼ਰ ਦਾ ਵਚਨ ਉਸ ਕੋਰੜੇ ਦੀ ਨਿਆਈ, ਅੱਜ ਪਰਮੇਸ਼ਰ ਦਾ ਵਚਨ ਉਸ ਸ਼ਾਂਟੇ ਦੀ ਨਿਆਈ ਸਾਡੇ ਜੀਵਨ 'ਚ ਘੁੰਮ ਰਿਹਾ ਆ। ਯਿਸੂ ਮਸੀਹ ਨੇ ਕੀ ਕੀਤਾ? ਪੜੋ। ਉਪਰੰਤ ਉਸਨੇ ਰੱਸੀ ਦਾ ਕੋਰੜਾ ਬਣਾ ਕੇ, ਉਪਰੰਤ ਉਹਨੇ ਰੱਸੀ ਦਾ ਕੋਰੜਾ ਬਣਾ ਕੇ ਸਭਨਾਂ ਨੂੰ ਹੈਕਲੋਂ ਬਾਹਰ ਕੱਢ ਦਿੱਤਾ। ਸਭਨਾਂ ਨੂੰ ਹੈਕਲੋਂ ਕੀ ਕਰ ਦਿੱਤਾ? ਜਿਹੜੀਆਂ ਚੀਜ਼ਾਂ ਉਸ ਹੈਕਲ 'ਚ ਨਹੀਂ ਸੀ ਚਾਹੀਦੀਆਂ, ਉਹਨਾਂ ਚੀਜ਼ਾਂ ਨੂੰ ਕੀ ਕਰ ਦਿੱਤਾ ਆ? ਬਾਹਰ ਕੱਢ ਦਿੱਤਾ। ਹਾਂ, ਨਾਲੇ ਭੇਡਾਂ, ਨਾਲੇ ਡੰਗਰ
ਨਾਲੇ ਸਰਾਫਾਂ ਦੀ ਹੁਣ ਜੇਕਰ ਅਸੀਂ ਇੱਕ ਇੱਕ ਚੀਜ਼ਾਂ ਨੂੰ ਵੇਖਾਂਗੇ ਨੇ, ਭੇਡਾਂ ਕੀ ਨੇ, ਡੰਗਰ ਕੀ ਆ, ਸਰਾਫ ਕੀ ਨੇ, ਤੇ ਬੜਾ ਟਾਈਮ ਲੱਗ ਜਾਏਗਾ। ਮੈਂ ਸਿੱਧਾ ਸਪਸ਼ਟ ਤੁਹਾਨੂੰ ਸਮਝਾਉਣ ਵਾਲੀ ਭਾਸ਼ਾ 'ਚ ਕਹਿਣਾ, ਇਹ ਉਹ ਚੀਜ਼ਾਂ ਨੇ, ਇਹ ਉਹ ਗਲਤੀਆਂ, ਉਹ ਪਾਪ ਨੇ ਜਿਹੜੇ ਸਾਡੀ ਇਸ ਹੈਕਲ 'ਚ ਨਹੀਂ ਚਾਹੀਦੇ। ਕਿਤੇ ਸਮਾਂ ਲੱਗਾ ਫਿਰ ਇਹਨਾਂ ਦੇ ਬਾਰੇ ਇੱਕ ਇੱਕ ਦੇ ਬਾਰੇ ਖੋਲ ਕੇ ਦੱਸਾਂਗੇ। ਭੇਡਾਂ ਕਿਹਨੂੰ ਦੱਸ ਰਹੀਆਂ ਨੇ, ਬੱਕਰੀਆਂ ਕਿਹਨੂੰ ਦੱਸ ਰਹੀਆਂ ਨੇ, ਉਹ ਸਰਾਫ ਕਿਹਨੂੰ ਦਰਸਾ ਰਹੇ ਨੇ। ਹਾਂਜੀ, ਉਪਰੰਤ ਅਰ ਕਬੂਤਰ ਵੇਚਣ ਵਾਲਿਆਂ ਯੋਨਾ ਦੀ ਇੰਜੀਲ 2 ਬਾਬ 15 ਤੋਂ ਲੈ ਕੇ 17 ਤੱਕ ਪੜ੍ਹਨਾ ਹੈ। ਹਾਂਜੀ, ਪਰ ਕਬੂਤਰ ਵੇਚਣ ਵਾਲਿਆਂ ਨੂੰ ਆਖਿਆ, ਇਹਨਾਂ ਚੀਜ਼ਾਂ ਨੂੰ ਇੱਥੋਂ ਲੈ ਜਾਓ। ਇਹਨਾਂ ਚੀਜ਼ਾਂ ਨੂੰ ਕੀ ਕਰੋ, ਇੱਥੋਂ ਲੈ ਜਾਓ। ਹਾਂ, ਮੇਰੇ ਪਿਤਾ ਦੇ ਘਰ ਨੂੰ ਵਪਾਰ ਦੀ ਮੰਡੀ ਨਾ ਬਣਾਓ। ਮੇਰੇ ਪਿਤਾ ਦੇ ਘਰ ਨੂੰ ਕੀ ਨਾ ਕਰੋ, ਵਪਾਰ ਦੀ ਮੰਡੀ ਨਾ ਬਣਾਓ। ਔਰ ਉਹਦੇ ਚੇਲਿਆਂ ਨੂੰ ਚੇਤੇ ਆਇਆ, ਹਾਂ। ਜਿਉਂ ਇਉਂ ਲਿਖਿਆ ਹੋਇਆ ਹੈ ਹਾਂ, ਕਿ ਤੇਰੇ ਘਰ ਦੀ ਗੈਰਤ ਮੈਨੂੰ ਖਾ ਜਾਵੇਗੀ। ਕਹਿੰਦਾ ਫਿਰ ਚੇਲਿਆਂ ਨੂੰ ਵੀ ਕੀ ਆ ਗਿਆ, ਚੇਤੇ ਆ ਗਈ ਗੱਲ ਕਿਹੜੀ, ਕਿ ਤੇਰੇ ਘਰ ਦੀ ਅਣਖ ਮੈਨੂੰ ਕੀ ਕਰੇਗੀ। ਪੜੋ ਜਰਾ ਹਿੰਦੀ ਚ ਇਹ ਪੜਨਾ ਸਿਰਫ 17। तब उसके चेलों को स्मरण आया हाँ। कि लिखा है तेरे घर की धुन मुझे खा जाएगी। ਲਿਖਿਆ ਤੇਰੇ ਘਰ ਦੀ ਅਣਖ ਮੈਨੂੰ ਕੀ ਕਰੇਗੀ। ਕੀ ਤੁਹਾਨੂੰ ਅੱਜ ਅਣਖ ਹੈ? ਇੱਕ ਵਚਨ ਪੜ੍ਹ ਕੇ ਫਿਰ ਇਹਦੇ ਬਾਰੇ ਮੈਂ ਦੱਸਾਂਗਾ। ਮੱਤੀ ਦੀ ਇੰਜੀਲ 21 ਬਾਬ ਉਹਦਾ 17 ਵਚਨ। ਤਾਂ ਉਹ ਉਹਨਾਂ ਨੂੰ ਛੱਡ ਕੇ ਸ਼ਹਿਰੋਂ ਬਾਹਰ ਨਿਕਲਿਆ ਔਰ ਬੈਤਨੀਆ ਵਿੱਚ ਆਣ ਕੇ ਉੱਥੇ ਮੱਤੀ ਦੀ ਇੰਜੀਲ 21 ਬਾਬ 13 ਵਚਨ। ਅਤੇ ਉਹਨਾਂ ਨੂੰ ਕਿਹਾ ਕਿ ਲਿਖਿਆ ਹੈ, ਜੋ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾ ਉਹਨਾਂ ਨੂੰ ਕਿਹਾ, ਲਿਖਿਆ ਤੇ ਇਹ ਆ ਕਿ ਮੇਰਾ ਘਰ ਕੀ ਸਦਾਏਗਾ, ਪ੍ਰਾਰਥਨਾ ਦਾ ਘਰ ਸਦਾਏਗਾ। ਪਰ ਤੁਸੀਂ ਉਹਨੂੰ ਡਾਕੂਆਂ ਦੀ ਖੋਹ ਬਣਾਉਂਦੇ ਹੋ। ਹੁਣ ਤੁਸੀਂ ਉਹਨੂੰ ਕੀ ਬਣਾਉਂਦੇ ਹੋ? ਹਿੰਦੀ ਚ ਪੜੋ ਜੀ। मत्ती दी इंजील 21 बाब 13 वचन। और उसने कहा, लिखा है मेरा घर प्रार्थना का घर कहलाएगा। हुण एक की कहलाएगा? हुण असीं आ ना हैकल, कहंदे तुसीं नहीं जानदे तुसीं परमेश्वर दी की जे। हुण हैकल असीं आ। हुण इस चीज ने कहाउणा की आ, कहंदा मेरा घर प्रार्थना दा की कहाएगा, घर कहाएगा। हाँ, परंतु तुम उसे डाकुओं की खो बनाते हो। पर तुसीं ओनू डाकूआं दे रहण दा की बना लिया आ, जिथे डाकू रहिंदे ने। खो कहण दा मतलब डाकूआं दी गुफा, डाकूआं दे रहण दा स्थान। इंग्लिश पढ़ो जरा। And said unto them, it is written that my house shall be called the house of prayer, but ye have made it a den of thieves. ਤੁਸੀਂ ਉਹਨਾਂ ਨੂੰ ਚੋਰਾਂ ਦੀ ਮਾਂਦ ਕੀ ਕਰ ਲਿਆ ਆ। ਹੁਣ ਜਰਾ ਵੇਖੋ ਆਪਣੇ ਜੀਵਨ, ਇਹ ਕੀ ਆ? ਇਹ ਚੋਰਾਂ ਦੀ ਖੋਹ ਤੇ ਨਹੀਂ। ਕੀ ਹੋਣਾ ਚਾਹੀਦਾ ਸੀ? ਮੇਰੀ ਹੈਕਲ ਪ੍ਰਾਰਥਨਾ ਦਾ ਘਰ ਕੀ ਹੋਣਾ ਚਾਹੀਦਾ ਸੀ? ਪਰ ਅੱਜ ਇੱਥੇ ਕੌਣ ਆ? ਉਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਇਸੇ ਕਾਰਨ ਪਰਮੇਸ਼ਰ ਨੇ ਉਸ ਅਣਖ ਚ ਆ ਕੇ ਕੀ ਕੀਤਾ, ਉਸ ਕੋਰੜੇ ਨੂੰ ਤੇ ਉਸ ਦਿਨ ਉਸ ਹੈਕਲ ਨੂੰ ਕੀ ਕੀਤਾ? ਉਹਨੇ ਸਾਫ਼ ਕੀਤਾ। ਅੱਜ ਜੇਕਰ ਤੁਸੀਂ ਅਣਖ ਰੱਖਦੇ ਹੋ, ਜੇਕਰ ਇਹ ਵਚਨ ਸੁਣ ਕੇ ਚੇਲੇ ਦੀ ਤਰ੍ਹਾਂ ਤੁਹਾਨੂੰ ਵੀ ਕੋਈ ਚੇਤਾ ਆ ਰਿਹਾ ਨਾ, ਚੇਲਿਆਂ ਨੂੰ ਵੀ ਕੀ ਆਇਆ? ਹਾਂ, ਇਹ ਤੇ ਲਿਖਿਆ ਹੈ ਕਿ ਮੇਰੇ ਘਰ ਦੀ ਗੈਰਤ ਮੈਨੂੰ ਕੀ ਕਰੇਗੀ? ਕਿ ਅੱਜ ਤੁਹਾਨੂੰ ਅਣਖ, ਉਹ ਗੈਰਤ ਖਾ ਰਹੀ ਹੈ ਕਿ ਇਸ ਘਰ ਦੇ ਵਿੱਚ ਸਿਰਫ ਔਰ ਸਿਰਫ ਪ੍ਰਭੂ ਯਿਸੂ ਮਸੀਹ ਦੀ ਉਪਾਸਨਾ ਹੋਣੀ ਚਾਹੀਦੀ ਸੀ, ਉਹਦੀ ਆਰਾਧਨਾ ਹੋਣੀ ਚਾਹੀਦੀ ਸੀ, ਉਹਦੀ ਮਹਿਮਾ ਹੋਣੀ ਚਾਹੀਦੀ ਸੀ। ਪਰ ਅੱਜ ਹੋ ਕੀ ਰਹੀ ਹੈ? ਅੱਜ ਉਠੋ, ਅੱਜ ਕੋਰੜਾ ਬਣਾ ਲਓ, ਇਹ ਵਚਨ ਨੂੰ ਕੋਰੜਾ ਬਣਾ ਲਓ। ਵਚਨ ਦੀ ਤਲਵਾਰ ਤੁਹਾਡੇ ਹੱਥ 'ਚ ਆ। ਅੱਜ ਉਹ ਚੀਜ਼ਾਂ ਜੋ ਤੁਹਾਡੇ ਜੀਵਨ 'ਚ ਨਹੀਂ ਚਾਹੀਦੀਆਂ ਨਾ, ਉਹਨਾਂ ਚੀਜ਼ਾਂ ਨੂੰ ਬਾਹਰ ਕੱਢ ਦਿਓ। ਉਹਨਾਂ ਚੀਜ਼ਾਂ ਨੂੰ ਆਪਣੇ ਜੀਵਨ 'ਚੋਂ ਹਮੇਸ਼ਾ ਦੇ ਲਈ ਬਾਹਰ ਕੱਢ ਦਿਓ। ਫਿਰ ਤੁਸੀਂ ਕਹੋਗੇ ਉਹਦੇ ਲਈ ਵਫਾਦਾਰ, ਔਰ ਫਿਰ ਤੁਸੀਂ ਬਣੋਗੇ ਉਹਦੇ ਲਈ ਪਵਿੱਤਰ। ਦੋ ਅਣਖਾਂ, ਅਸੀਂ ਉਹਦੇ ਵਫਾਦਾਰ ਤੇ ਉਹਦੇ ਲਈ ਕੀ ਬਣਨਾ ਆ? ਪਵਿੱਤਰ ਬਣਨਾ। ਜਦੋਂ ਇਹ ਅਣਖ ਨੂੰ ਤੁਸੀਂ ਕੱਪੜੇ ਵਾਂਗੂ ਪਹਿਨੋਗੇ ਤੇ ਕਦੇ ਵੀ ਤੁਸੀਂ ਆਤਮਿਕ ਜੀਵਨ 'ਚ ਹਾਰੋਗੇ ਨਹੀਂ, ਬਲਕਿ ਸਭੋ ਕੁਝ ਮੁਕਾ ਕੇ ਕੀ ਕਰੋਗੇ? ਖਲੋਵੋਗੇ। ਹਾਲੇਲੂਇਆ। ਸਭ ਕੁਝ ਉਹਨੇ ਦਿੱਤਾ ਹੈ। ਸ਼ਸਤਰਾਂ ਤੇ ਬਸਤਰਾਂ ਤੋਂ ਪਹਿਲਾਂ ਇਹਨਾਂ ਆਤਮਿਕ ਅਣਖ ਦੇ ਚੋਲੇ ਦਾ ਜਾਂ ਆਤਮਿਕ ਬਸਤਰਾਂ ਦਾ ਵੀ ਸਾਡੇ ਉੱਤੇ ਹੋਣਾ ਕੀ ਆ?
ਜ਼ਰੂਰੀ। ਉਹ ਆ ਅਣਖ ਦੇ ਚੋਲੇ ਜਾਂ ਅਣਖ ਦੇ ਬਸਤਰ। ਕੀ ਅੱਜ ਸਾਡੇ ਤੇ ਹੈ ਨੇ? ਜੇ ਹੈ ਨੇ ਨਾ ਤੇ ਚੰਗੀ ਤਰ੍ਹਾਂ ਪਰਮੇਸ਼ਰ ਦਾ ਵਚਨ ਸੁਣ ਲਓ। ਉਹ ਅਣਖ ਕੀ ਆ? ਉਹਦੇ ਲਈ ਪਵਿੱਤਰ ਬਣੋ ਔਰ ਉਹਦੇ ਆਗਿਆਕਾਰ ਬਣੋ। ਸਿਰਫ ਔਰ ਸਿਰਫ ਕਿਹਦੀ ਮਰਜ਼ੀ ਪੂਰੀ ਹੋਵੇ? ਪ੍ਰਭੂ ਯਿਸੂ ਮਸੀਹ ਦੀ ਹੀ ਮਰਜ਼ੀ ਪੂਰੀ ਹੈ। ਆਦਮ ਤੇ ਹਵਾ ਨੂੰ ਜਦੋਂ ਉਹਨੇ ਪਰਤਾਇਆ, ਚੋਲੇ ਪਹਿਨਾਏ ਨੇ, ਉਸ ਸਮੇਂ ਉਹਨਾਂ ਨੂੰ ਕੀ ਕਹਿ ਰਿਹਾ? ਸ਼ੈਤਾਨ ਜਦ ਤੈਨੂੰ ਫੇਰ ਪਰਤਾਉਣ ਲਈ ਆਏ, ਯਾਦ ਰੱਖੀ ਹੁਣ ਮੇਰੇ ਸੁਣਾਏ ਵਚਨ ਤੇਰੇ ਲਈ ਅਣਖ ਦਾ ਕਾਰਨ ਬਣ। ਯੂਸਫ ਦੇ ਸਮੇਂ ਜਦੋਂ ਪਰਿਵਾਰ ਵੱਲੋਂ ਸਤਾਵਟ ਹੋਵੇ, ਪਰਿਵਾਰ ਨੇ ਮਾਰਿਆ, ਭਰਾਵਾਂ ਨੇ ਹੀ ਮਾਰਿਆ ਤੇ ਵੇਚ ਦਿੱਤਾ, ਜਦੋਂ ਪਰਿਵਾਰ ਵੱਲੋਂ ਸਤਾਵਟ ਹੋਵੇ, ਜਦੋਂ ਪਾਪ ਤੇਰੇ ਗਲ ਪਵੇ, ਪਾਪ ਪਿੱਛੇ ਪੈ ਕੇ ਤੇਰੇ ਆਵੇ, ਉਸ ਸਮੇਂ ਯਾਦ ਰੱਖ ਲਈ ਤੂੰ ਯਹੋਵਾ ਦੀ ਪਵਿੱਤਰ ਹੈਕਲ ਆ। ਸੈਮੂਅਲ ਦੇ ਸਮੇਂ ਜਦ ਪਰਮੇਸ਼ਰ ਦੇ ਦਰਸ਼ਨ ਦੁਰਲਭ ਹੋ ਜਾਣ, ਜਦੋਂ ਪਰਮੇਸ਼ਰ ਕਿਸੇ ਨਾਲ ਗੱਲ ਨਾ ਕਰੇ, ਐਸਾ ਮਾਹੌਲ ਵਿਗੜ ਜਾਵੇ, ਉਸ ਸਮੇਂ ਵੀ ਤੂੰ ਆਪਣੇ ਆਪ ਨੂੰ ਸਿੱਧ, ਕਾਮਲ ਔਰ ਸਹੀ ਰੱਖੀ। ਇਹ ਆ ਤੇਰੇ ਲਈ ਅਣਖ। ਏਲੀਆ ਦੇ ਸਮੇਂ ਮਾਹੌਲ ਸਾਰਾ ਵਿਗੜ ਗਿਆ। ਸਾਰੇ ਇਸਰਾਇਲ ਨੂੰ ਆਹਾਬ ਰਾਜਾ ਔਰ ਈਜ਼ਬਲ ਰਾਣੀ ਨੇ ਬਾਲ ਦੇਵਤੇ ਦੇ ਪਿੱਛੇ ਲਾ ਦਿੱਤਾ ਸੀ। ਉਦੋਂ ਵੀ ਇਸ ਇਕੱਲੇ ਬੰਦੇ ਦੇ ਵਿੱਚ ਪਰਮੇਸ਼ਰ ਦੀ ਅਣਖ ਜਾਗੀ ਆ ਤੇ ਪਰਮੇਸ਼ਰ ਨੇ ਉਹਨੂੰ ਇਸਤੇਮਾਲ ਕੀਤਾ। ਕੀ ਕਹਿ ਰਿਹਾ? ਜਦੋਂ ਹਾਲਾਤ ਐਸੇ ਵਿਗੜ ਜਾਣ, ਹਾਲਾਤ ਵੱਧ ਤੋਂ ਬੱਤਰ ਹੋ ਜਾਣ, ਤਾਂ ਵੀ ਮੇਰੀ ਅਣਖ ਤੇਰੀ ਅਣਖ ਬਣੀ ਰਵੇ। ਫੀਨਾਸ ਦੇ ਸਮੇਂ ਜਦੋਂ ਪਾਪ ਘਰ 'ਚ ਆ ਜਾਵੇ, ਜਦੋਂ ਪਾਪ ਤੇਰੇ ਜੀਵਨ 'ਚ ਆਉਂਦਾ ਤੈਨੂੰ ਦਿਖਾਈ ਦੇਵੇ, ਜਦੋਂ ਪਾਪ ਸਪਸ਼ਟ ਦਿਖਾਈ ਦੇਵੇ, ਇੱਥੇ ਆ ਉਹ ਆਦਮੀ ਆਇਆ ਔਰ ਆਦਮੀ ਔਰਤ ਆਪਣੇ ਤੰਬੂ 'ਚ ਸੀ, ਪਤਾ ਲੱਗ ਗਿਆ ਇੱਥੇ ਨੇ। ਇੱਕ ਤੀਰ ਕਿੰਨੇ ਸ਼ਿਕਾਰ ਹੋਏ ਨੇ? 2। ਨੇਜਾ ਲਿਆ, ਇੱਕ ਨੇਜੇ ਨਾਲ ਦੋਵਾਂ ਨੂੰ ਕੀ ਕਰ ਦਿੱਤਾ? ਜਦੋਂ ਪਾਪ ਤੈਨੂੰ ਸਾਫ਼-ਸਾਫ਼ ਦਿਖਾਈ ਦੇਵੇ ਕਿ ਕਿੱਥੇ ਆ, ਉਹਨੂੰ ਖਤਮ ਕਰਨ ਦੇ ਲਈ ਜਰਾ ਵੀ ਢਿੱਲ ਨਾ ਕਰੀ। ਸ਼ਤਾਬੀ ਦੇ ਨਾਲ ਉਸ ਪਾਪ ਨੂੰ ਕੀ ਕਰੀ? ਆਪਣੇ ਜੀਵਨ ਚੋਂ ਕੱਢੀ। ਯਿਸੂ ਦੇ ਲਈ ਜਦੋਂ ਮਾਹੌਲ ਪ੍ਰਭੂ ਦੀ ਮਰਜ਼ੀ ਵਾਲਾ ਨਾ ਹੋਵੇ ਤੇ ਸਭ ਆਪਣੀ ਮਰਜ਼ੀ ਪੂਰੀ ਕਰਦੇ ਹੋਣ, ਉਹਦਾ ਘਰ ਕੀ ਘਰ ਸਜਾਉਣਾ ਸੀ? ਪਰ ਉਹਨਾਂ ਨੇ ਕੀ ਬਣਾ ਲਿਆ? ਵਪਾਰ ਔਰ ਚੋਰਾਂ ਦੀ ਖੋਹ ਬਣਾ ਲਈ। ਉਸ ਸਮੇਂ ਵੀ ਤੇਰੀ ਅਣਖ ਜਾਗੇ, ਮੇਰਾ ਇਸ ਜੀਵਨ, ਮੇਰੀ ਇਹ ਹੈਕਲ ਸਿਰਫ ਪਰਮੇਸ਼ਰ ਦੀ ਮਹਿਮਾ ਦੇ ਲਈ ਆ। ਮੇਰਾ ਜੀਵਨ ਸਿਰਫ ਪਰਮੇਸ਼ਰ ਦੇ ਲਈ ਆ। ਮੇਰੇ ਜੀਵਨ ਦੇ ਦੁਆਰਾ ਸਿਰਫ ਕਿਹਦੀ ਮਹਿਮਾ ਹੋਣੀ ਆ? ਮੇਰੀ ਮਰਜ਼ੀ ਪੂਰੀ ਨਹੀਂ ਹੋਣੀ। ਤਾਂ ਹੀ ਤੇ ਪੌਲੁਸ ਕਹਿੰਦਾ ਨਾ, ਮੈਂ ਆਪਣੇ ਹਾਣ ਦੀਆਂ ਚੀਜ਼ਾਂ ਨੂੰ ਕੀ ਸਮਝਦਾ? ਮੈਂ ਆਪਣੇ ਲਾਭ ਦੀ ਚੀਜ਼ਾਂ ਨੂੰ ਹਾਣ ਦੀਆਂ ਸਮਝਦਾ, ਤੇ ਮੈਂ ਕੀ ਕੀਤੀ? ਇਹਨਾਂ ਦੀ ਹਾਣ ਚੱਲੀ। ਤੇ ਮੈਂ ਇੱਥੋਂ ਤੱਕ ਇਹਨਾਂ ਨੂੰ ਕੀ ਸਮਝਦਾ? ਮੇਰੇ ਜੀਵਨ 'ਚ ਮੇਰੀ ਮਰਜ਼ੀ ਨਹੀਂ, ਮੇਰੇ ਜੀਵਨ 'ਚ ਮੇਰੀ ਮਤਲਬ ਦੀਆਂ ਚੀਜ਼ਾਂ ਨਹੀਂ, ਮੇਰੇ ਜੀਵਨ 'ਚ ਮੇਰੇ ਯਹੋਵਾ ਪਰਮੇਸ਼ਰ ਦੀ ਮਰਜ਼ੀ ਔਰ ਉਹਦੇ ਮਤਲਬ ਦੀਆਂ ਚੀਜ਼ਾਂ ਮੇਰੇ ਸਾਹਮਣੇ ਆਉਣ। ਹਾਲੇਲੂਇਆ। ਇਸ ਅਣਖ ਨੂੰ ਕੱਪੜਿਆਂ ਦੀ ਤਰ੍ਹਾਂ ਜਾਂ ਚੋਲੇ ਦੀ ਤਰ੍ਹਾਂ ਪਹਿਨੋ ਤੇ ਫੇਰ ਪਾਓ ਤੇ ਆਤਮਿਕ ਹਥਿਆਰ। ਫੇਰ ਪੁੱਛੋ ਸ਼ੈਤਾਨ ਨੂੰ, ਤੂੰ ਸਾਹਮਣਾ ਕਰ ਸਕਦਾ? ਫੇਰ ਤੁਸੀਂ ਜਰਾ ਸ਼ੈਤਾਨ ਦਾ ਸਾਹਮਣਾ ਕਰੋ। ਲਿਖਿਆ ਉਹ 7 ਰਸਤਿਆਂ ਥਾਣੀ ਕੀ ਕਰੇਗਾ। ਹਾਲੇਲੂਇਆ। ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਆਤਮਿਕ ਯੋਧੇ ਬਣਾਵੇ, ਸ਼ਸਤਰ ਬਸਤਰ ਵੀ ਪਹਿਨਾਵੇ, ਪਰ ਉਸ ਤੋਂ ਪਹਿਲਾਂ ਪਰਮੇਸ਼ਰ ਦੀ ਅਣਖ ਨੂੰ ਚੋਲੇ ਦੀ ਤਰ੍ਹਾਂ ਕੀ ਕਰ ਲਓ? ਫੇਰ ਹੀ ਸ਼ਸਤਰਾਂ ਬਸਤਰਾਂ ਦਾ ਤੁਸੀਂ ਸ਼ੈਤਾਨ ਤੇ ਮੁੜ ਹਮਲੇ ਦੇ ਲਈ ਪ੍ਰਯੋਗ ਕਰ ਸਕਦੇ ਹੋ। ਤਾਂ ਕਹਿੰਦਾ ਨਾ, ਜਦੋਂ ਪੜ੍ਹਿਆ ਸੀ ਯਸ਼ਾਇਆ 59 ਦੀ 17, ਲਿਖਿਆ ਉਹਨੇ ਬਦਲਾ ਲੈਣ ਦੇ ਬਸਤਰ ਕੀ ਕਰ ਲਏ ਨੇ। ਇਹ ਬਸਤਰ, ਬਦਲਾ ਲੈਣ ਦੇ ਬਸਤਰ ਉਦੋਂ ਬਣਨਗੇ ਜਦੋਂ ਥੱਲੇ ਹੋਣਗੇ ਅਣਖ ਦੇ ਚੋਲੇ ਔਰ ਉੱਪਰ ਹੋਣਗੇ ਸਾਰੇ ਆਤਮਿਕ ਸ਼ਸਤਰ ਤੇ ਬਸਤਰ। ਤਾਂ ਪ੍ਰਾਰਥਨਾ ਕਰੀਏ ਆਪਣੇ ਜੀਵਨਾਂ ਨੂੰ ਦੇਖਦੇ ਹੋਏ, ਪ੍ਰਭੂ ਮੇਰੇ ਜੀਵਨ 'ਚ ਤੇਰਾ ਸਭ ਕੁਝ ਹੈ, ਪਰ ਮੈਂ ਆਪਣੇ ਜੀਵਨ 'ਚ ਇਹ ਅਣਖ ਦੇ ਬਸਤਰ ਨਹੀਂ ਦੇਖਦਾ, ਇਹ ਅਣਖ ਨੂੰ ਨਹੀਂ ਦੇਖ ਰਿਹਾ। ਪਿਤਾ, ਅੱਜ ਤੋਂ ਮੇਰੀ ਅਣਖ ਜਾਗ ਜਾਵੇ। ਅੱਜ ਤੋਂ ਪਿਤਾ ਇਹ ਅਣਖ ਦੇ ਬਸਤਰ ਮੈਂ ਵੀ ਪਹਿਨ ਲਵਾਂ। ਹਾਲੇਲੂਇਆ, ਹਾਲੇਲੂਇਆ। ਇਸ ਅਣਖ ਦੇ ਨਾਲ
प्रभु मैं अपने जीवन च उठां, शैतान दी सारी चाल नूं, हर एक पाप नूं, हर एक शैतान दी युक्ति नूं मैं हमेशा हमेशा दे लई अपने जीवन चों कढ दियां। तेरे लिए एक वफादार और तेरे लिए एक पवित्र हैकल सदावां। यह हैकल चोरां डाकुआं दी खोह ना बने। इस हैकल दे विच शैतान राज ना करे, बल्कि तेरी मर्जी पूरी होवे। हालेलुया, 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 हालेलुया। तो आइए गीत गावांगे 204 नंबर गीत। शस्त्र फड़ा के बस्तर पहना के दित्ती दलेरी मेरे दिल विच आके, ताके शैतान उत्ते पावां फतह, दे के रूपाक मेरा दिल बरेया। हालेलुया, हालेलुया, हालेलुया। सब मेरे नाल गाइए। शस्त्र फड़ा के बस्तर पहना के, शस्त्र फड़ा के बस्तर पहना के दित्ती दलेरी मेरे दिल विच आके, शस्त्र फड़ा के बस्तर पहना के दित्ती दलेरी मेरे दिल विच, ताके शैतान उत्ते पावां फतह, दे के रूपाक मेरा दिल बरेया। ताके शैतान उत्ते पावां फतह, दे के रूपाक मेरा दिल बरेया। हालेलुया, 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 हालेलुया। ये बियाबान है, दुश्मन शैतान है, मैनू बचावे सदा मेरा गलाबान है। ये बियाबान है, दुश्मन शैतान है, मैनू बचावे सदा मेरा गलाबान है। दुखां दे वेले मेरी सुनदा दुआ, दे के रूपाक मेरा दिल भरेया। हालेलुया, दुखां दे वेले मेरी सुनदा दुआ, दे के रूपाक मेरा दिल भरेया। हालेलुया, 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 हालेलुया। ओ मेहरबान है, मेरी चट्टान है, प्यासे दी प्यास बुझावे ओ चश्मादान है। ओ मेहरबान है, मेरी चट्टान है, प्यासे दी प्यास बुझावे ओ चश्मादान है। अमृत जलदा है ओ दरिया, देखे रूपाक मेरा दिल भरेया। अमृत जलदा है ओ दरिया, देखे रूपाक मेरा दिल भरे। सब गाइए हालेलुया, 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 हालेलुया। प्रभु ललकार नाल स्वर्गां तो आवेगा, कामिल मुकद्दसां नू नाल ले जावेगा। प्रभु ललकार नाल स्वर्गां तो आवेगा, कामिल मुकद्दसां नू
नाल ले जावेगा। गावांगा गीत एक नवा सदा, देखे रूपाक मेरा दिल भरिया। गावांगा गीत एक नवा सदा, देखे रूपाक मेरा दिल भरिया। हालेलुया 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 हालेलुया। ਅਸੀਂ ਦੇਖਿਆ ਅਣਖ ਦੇ ਉਸ ਚੋਗੇ ਨੂੰ। ਇੱਕ ਗੱਲ ਦੇਖ ਕੇ ਹੀ ਸਮਾਪਤ ਕਰਾਂਗੇ ਕਿ ਜਦੋਂ ਯੂਸਫ ਨੂੰ ਉਹਦੇ ਭਰਾਵਾਂ ਨੇ ਮਾਰ ਦਿੱਤਾ ਔਰ ਉਹਦੇ ਪਿਓ ਨੂੰ ਆ ਕੇ ਵੇਚ ਦਿੱਤਾ, ਉਹਦੇ ਪਿਓ ਨੂੰ ਆ ਕੇ ਉਹਦਾ ਚੋਲਾ ਦਿਖਾ ਰਹੇ ਨੇ। ਉਹਦੇ ਪਿਓ ਨੇ ਵੇਖ ਕੇ ਕੀ ਸਮਝਿਆ ਕਿ ਮੇਰਾ ਪੁੱਤਰ ਕੀ ਹੋ ਗਿਆ, ਮਰ ਗਿਆ। ਅੱਜ ਸਾਡੇ ਲਈ ਉਹਦਾ ਮਤਲਬ ਕੀ ਹੈ? ਪਰਮੇਸ਼ਰ ਦੀ ਅਣਖ ਹਮੇਸ਼ਾ ਕਾਇਮ ਰਹਿੰਦੀ ਹੈ। ਉਹ ਚੋਲਾ ਕਿਸ ਨੂੰ ਦਿਖਾ ਰਿਹਾ? ਪਰਮੇਸ਼ਰ ਦੀ ਅਣਖ ਨੂੰ। ਪਰਮੇਸ਼ਰ ਦੀ ਅਣਖ ਹਮੇਸ਼ਾ ਕਾਇਮ ਰਹਿੰਦੀ ਹੈ। ਉਹਦੀ ਅਣਖ ਦੇ ਲਈ ਜੇ ਸਾਨੂੰ ਆਪਣੀ ਜਾਨ ਵੀ ਦੇਣੀ ਪਏ ਨਾ, ਕਦੇ ਘਬਰਾਉਣਾ ਨਹੀਂ। ਉਹਦੇ ਅਣਖ ਦੇ ਲਈ ਜੇ ਤੁਹਾਨੂੰ ਸ਼ਹੀਦ ਵੀ ਹੋਣਾ ਪਏ ਨਾ, ਕਦੀ ਘਬਰਾਉਣਾ ਨਹੀਂ। ਜਿਸ ਤਰ੍ਹਾਂ ਦੁਬਾਰਾ ਉਸ ਬੇਟੇ ਨੂੰ ਜਦੋਂ ਉਹਦੇ ਭਰਾਵਾਂ ਨੇ ਵੇਚ ਦਿੱਤਾ ਸੀ, ਉਹਦੇ ਲਈ ਤੇ ਮਾਰੀ ਗਿਆ ਸੀ, ਦੁਬਾਰਾ ਉਹਦੇ ਬਾਪ ਨੇ ਉਹਨੂੰ ਕਿੱਥੇ ਵੇਖਿਆ? ਰਾਜਿਆਂ ਦਾ ਅਧਿਕਾਰ ਪਾਏ। ਜਦੋਂ ਮਿਲਿਆ ਉਸ ਸਮੇਂ ਕੀ ਆ? ਮਿਸਰ ਦਾ ਦੂਸਰੇ ਨੰਬਰ ਦਾ ਅਧਿਕਾਰੀ ਹੈ, ਰਾਜੇ ਤੋਂ ਬਾਅਦ ਹੋਇਆ। ਜੇ ਤੁਸੀਂ ਮਰ ਵੀ ਜਾਓਗੇ ਨਾ, ਜੇ ਤੁਸੀਂ ਅਣਖ 'ਚ ਖਤਮ ਵੀ ਹੋ ਜਾਓਗੇ ਨਾ, ਪਰ ਅਣਖ 'ਚ ਰਹੋਗੇ, ਇੱਕ ਦਿਨ ਸਵਰਗ ਰਾਜ 'ਚ ਅਧਿਕਾਰੀ ਬਣ ਕੇ ਵੇਖੋਗੇ। ਤੁਹਾਡੇ ਲੋਕ, ਤੁਹਾਡੇ ਪਰਿਵਾਰ ਦੇ ਲੋਕ ਤੁਹਾਨੂੰ ਕਿੱਥੇ ਅਧਿਕਾਰੀ ਬਣਿਆ ਵੇਖੋਗੇ। ਇਸ ਕਰਕੇ ਡਰੋ ਨਾ। ਪਰਮੇਸ਼ਰ ਦੀ ਅਣਖ ਲਈ ਜੇਕਰ ਆਪਣੀ ਜਾਨ ਵੀ ਜਾਂਦੀ ਹੈ, ਸ਼ੈਤਾਨ ਦੀ ਮਰਜ਼ੀ ਨਾ ਪੂਰੀ ਕਰਨ ਲਈ ਸਾਨੂੰ ਜਾਨ ਵੀ ਦੇਣੀ ਪੈਂਦੀ ਆ, ਘਬਰਾਉਣਾ ਨਹੀਂ। ਸਵਰਗ ਰਾਜ 'ਚ ਅਧਿਕਾਰੀ ਬਣਾਂਗੇ। ਹਾਲੇਲੂਇਆ। ਤਾਂ ਹੀ ਮੈਂ ਪ੍ਰਾਰਥਨਾ ਕਰਾਂਗਾ ਸਾਰੇ। ਸਰਵ ਸ਼ਕਤੀਮਾਨ ਪਿਤਾ, ਅਸੀਂ ਤੁਹਾਡੇ ਧੰਨਵਾਦੀ ਹਾਂ ਅੱਜ ਦੇ ਸੁੰਦਰ ਸਮੇਂ ਦੇ ਲਈ। ਇੱਕ ਵਾਰੀ ਫੇਰ ਤੂੰ ਆਪਣੇ ਕਦਮਾਂ 'ਚ ਸਾਨੂੰ ਬਿਠਾਇਆ ਪਿਤਾ। ਜੋ ਗੀਤ ਭਜਨ ਗਾਏ, ਜੋ ਆਰਾਧਨਾ ਪ੍ਰਾਰਥਨਾ ਕੀਤੀਆਂ ਪਿਤਾ, ਸਭ ਤੁਹਾਨੂੰ ਤੁਹਾਡੇ ਤੀਸਰੇ ਸਵਰਗ 'ਚ ਕਬੂਲ ਹੋਣ। ਔਰ ਅੱਜ ਦੇ ਵਚਨ ਦੁਆਰਾ ਇੱਕ ਵਾਰੀ ਫੇਰ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਪਿਤਾ। ਇਸ ਮਹਾਨ ਭੇਤ ਨੂੰ ਸਾਡੇ ਉੱਤੇ ਪ੍ਰਗਟ ਕਰਨ ਦੇ ਲਈ ਤੇਰਾ ਧੰਨਵਾਦ ਹੋ ਪਿਤਾ। ਤੇਰਾ ਵਚਨ ਕਹਿੰਦਾ, ਅਸੀਂ ਤੇਰੀ ਅਣਖ ਨੂੰ ਚੋਲੇ ਵਾਂਗੂ, ਅਸੀਂ ਤੇਰੀ ਅਣਖ ਨੂੰ ਕੱਪੜਿਆਂ ਵਾਂਗੂ ਪਹਿਨ ਲਈਏ ਤੇ ਫੇਰ ਉਹਦੇ ਉੱਤੇ ਪਾਈਏ ਤੇਰੇ ਦਿੱਤੇ ਆਤਮਿਕ ਸ਼ਸਤਰ ਤੇ ਬਸਤਰ। ਫੇਰ ਸ਼ੈਤਾਨ ਦਾ ਮੂੰਹ ਤੋੜ ਜਵਾਬ ਦੇਵਾਂਗਾ ਪਿਤਾ। ਤਾਂ ਆਪਣੇ ਬੱਚਿਆਂ ਨੂੰ ਇਸ ਯੋਗ ਬਣਾ ਕਿ ਤੇਰੀ ਅਣਖ ਨੂੰ, ਆਪਣੇ ਆਪ ਨੂੰ ਪਵਿੱਤਰ ਰੱਖਣ ਦੀ ਅਣਖ, ਆਪਣੇ ਆਪ ਨੂੰ ਤੇਰੇ ਆਗਿਆਕਾਰ ਰੱਖਣ ਦੀ ਅਣਖ ਦੇ ਵਿੱਚ ਪਿਤਾ ਹਮੇਸ਼ਾ ਇਹ ਜਲਦੇ ਰਹਿਣ। ਇਹ ਜਲਦੀ ਅਣਖ ਕਦੇ ਵੀ ਸ਼ੈਤਾਨ ਦੀ ਚਾਲ ਨੂੰ, ਸ਼ੈਤਾਨ ਦੀਆਂ ਯੁਕਤੀਆਂ ਨੂੰ, ਸ਼ੈਤਾਨ ਨੂੰ ਤੇਰੇ ਬੱਚਿਆਂ ਦੇ ਨਜ਼ਦੀਕ ਨਹੀਂ ਆਉਣ ਦੇਵੇਗੀ। ਪਿਤਾ ਜੀ, ਇਹਨਾਂ ਨੂੰ ਇੱਕ ਅਣਖੀ ਯੋਧੇ ਸੂਰਮੇ, ਇੱਕ ਅਣਖੀ ਵਿਸ਼ਵਾਸੀ ਬਣਨ ਦੀ ਮਦਦ ਕਰ। ਜਿੰਨੇ ਤੇਰੇ ਬੱਚੇ ਇਸ ਜਗ੍ਹਾ ਤੇ ਬੈਠੇ ਨੇ, ਜਿੰਨੇ ਤੇਰੇ ਬੱਚੇ ਅਲੱਗ-ਅਲੱਗ ਜਗ੍ਹਾ ਤੇ ਇਸ ਮੋਬਾਈਲ ਦੇ ਦੁਆਰਾ ਸੁਣ ਰਹੇ ਨੇ, ਸਭਨਾਂ ਲਈ ਪ੍ਰਾਰਥਨਾ ਕਰਨਾ ਪਿਤਾ, ਸਭ ਅੱਜ ਦੇ ਵਚਨ ਦੇ ਦੁਆਰਾ ਅਣਖੀ ਬਣ ਜਾਣ। ਸਭ ਅੱਜ ਦੇ ਵਚਨ ਦੁਆਰਾ ਅਣਖੀ ਯੋਧੇ ਸੂਰਮੇ ਬਣ ਜਾਣ ਕਿ ਪਾਪ ਦੇ ਖਿਲਾਫ ਅੱਜ ਅਸੀਂ ਅਣਖ ਨਾ ਉਠਾਂਗੇ। ਉਸ ਪਾਪ ਨੂੰ, ਸ਼ੈਤਾਨ ਦੀ ਸਾਰੀ ਚਾਲ ਨੂੰ ਆਪਣੇ ਜੀਵਨ ਚੋਂ ਬਾਹਰ ਕੱਢਾਂਗੇ, ਚਾਹੇ ਜਾਨ ਵੀ ਕਿਉਂ ਨਾ ਦੇਣੀ ਪਵੇ। ਹਾਲੇਲੂਇਆ। ਪਿਤਾ, ਮੈਂ ਪ੍ਰਾਰਥਨਾ ਕਰਦਾ ਤੇਰੇ ਨਾਲ ਬੱਚਿਆਂ ਨੂੰ ਤੇਰੇ ਜੋਰਾਵਰ ਹੱਥਾਂ ਸੌਂਪਦਾ। ਇਸੇ ਤਰ੍ਹਾਂ ਤੂੰ ਸਾਡੇ ਨਾਲ ਗੱਲ ਕਰਦਾ ਰਿਹਾ ਪਿਤਾ। ਤੇਰੀ ਕਿਰਪਾ, ਤੇਰਾ ਫਜ਼ਲ, ਤੇਰਾ ਅਨੁਗ੍ਰਹਿ ਹਮੇਸ਼ਾ ਸਾਰੀ ਕਲੀਸਿਆ ਦੇ ਨਾਲ ਬਣਿਆ ਰਵੇ ਪਿਤਾ। ਜੋ ਵੀ ਤੇਰੇ ਬੱਚੇ ਮੋਬਾਈਲ ਦੇ ਜ਼ਰੀਏ ਦੇਖੇ, ਇੱਥੇ ਬੈਠ ਕੇ ਦੇਖੇ, ਸਭਨਾਂ ਦੇ ਤੇਰੀ ਕਿਰਪਾ ਵਾਲਾ ਹੱਥ ਬਣਿਆ ਰਵੇ। ਧੰਨਵਾਦੀ ਪ੍ਰਾਰਥਨਾ ਨੂੰ ਸੁਣਿਆ, ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ,
ਆਮੀਨ। ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਫਿਰ ਵੀਰਵਾਰ ਅਸੀਂ ਠੀਕ 11 ਵਜੇ ਪਰਮੇਸ਼ਰ ਦੇ ਵਚਨਾਂ ਨੂੰ ਲੈ ਕੇ ਆਵਾਂਗੇ। ਤਦ ਤੱਕ ਦੇ ਲਈ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲੇ। ਸਭਨਾਂ ਤੇ ਪਰਮੇਸ਼ਰ ਦੀ ਕਿਰਪਾ ਬਣੀ ਰਹੇ। ਸਭ ਨੂੰ ਜੈ ਮਸੀਹ ਦੀ।